ਪਹਿਲਾਂ ਸਲੋਗਨ ਹੁੰਦਾ ਸੀ ਵੀ ਬੇਟੀ ਪੜਾਓ ਤੇ ਦੇਸ਼ ਬਚਾਓ, ਪਰ ਹੁਣ ਗੱਲ ਇਹ ਆ ਬਹੁਤ ਜ਼ਰੂਰੀ ਹੈ ਕਿ ਮੰਤਰੀ ਪੜਾਓ ਫਿਰ ਦੇਸ਼ ਬਚੂ। ਜੇ ਪੜ੍ਹੇ ਲਿਖੇ ਮੰਤਰੀ ਹੋਣਗੇ ਤਾਂ ਹੀ ਦੇਸ਼ ਬਚੂਗਾ, ਨਹੀਂ ਤਾਂ ਵੇਖਿਆ ਸਮਝ। ਚਾਹ ਪੀਣ ਵਾਲਾ ਬੰਦਾ ਪ੍ਰਾਈਮ ਮਿਨਿਸਟਰ ਬਣ ਸਕਦਾ ਹੈ। ਅਸੀਂ ਇੱਥੇ PhD MSc ਕਰ ਰਹੇ ਹਾਂ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਤੁਸੀਂ ਉਹਨਾਂ ਦੀ ਸੁਣ ਰਹੇ ਹੋ ਤਾਂ ਦੇਸ਼ ਦਾ ਹਾਲ ਵੇਖ ਲਓ ਕੀ ਹੈ ਇਸ ਟਾਈਮ 'ਤੇ। किसान जथेबंदियों ने प्रपोजल नहीं मन्ने, उन्होंने बिल्कुल सही किया, क्योंकि आम लोग सोच रहे हैं, कई लोग ये भी कह रहे हैं चलो प्रपोजल हुण मान लेने चाहिए सी भी इन्नी देर होगी। ਉਹ ਮੰਨਣਾ ਨਹੀਂ ਚਾਹੁੰਦੇ ਕਿ ਉਹ ਆਪਣੇ ਬਿੱਲ ਜਿਹੜੇ ਵਾਪਸ ਨਹੀਂ ਲੈਣਾ ਚਾਹੁੰਦੇ, ਉਹ ਆਪਣੀ ਹੇਠੀ ਨਹੀਂ ਕਰਾਉਣਾ ਚਾਹੁੰਦੇ। ਉਹ ਹੁੰਦਾ ਨਾ ਕਿ ਜਵਾਕ ਨੂੰ ਆਪਾਂ ਥੋੜਾ ਜਿਹਾ ਵੀ ਚੱਲ ਤੈਨੂੰ ਚਾਕਲੇਟ ਨਹੀਂ ਦਿੰਦੇ ਤੈਨੂੰ ਟੌਫੀ ਦੇ ਕੇ ਵਰਾ ਦਿੰਦੇ ਆ, ਉਹ ਵਾਲਾ ਹਿਸਾਬ ਆ ਇਹ ਦੇ ਰਹੇ ਆ। ਜੇ ਉਹ ਇੰਨੇ ਆਪਣੀ ਕੰਸਰਨਡ ਸੀਗੇ ਤਾਂ ਉਹਨਾਂ ਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀਗਾ। ਤੇ ਉਹਨਾਂ ਨੇ ਸਾਡੀ ਭਲਾਈ ਕਰਨੀ, ਮੈਨੂੰ ਸਮਝ ਨਹੀਂ ਆਉਂਦੀ ਕਿ ਐਡੀ ਕੀ ਕਾਹਲੀ ਪੈ ਗਈ ਸੀ। ਇੰਨੇ ਉਹਨਾਂ ਨੇ ਲੋਕਡਾਊਨ ਦੇ ਵਿੱਚ ਜਿੱਥੇ ਇੰਨੇ ਲੋਕ ਮਰ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਉਹਨਾਂ ਨੇ ਇੰਨੇ ਧੱਕੇ ਦੇ ਵਿੱਚ ਉਹ ਬਿੱਲ ਪਾਸ ਹੀ ਕਿਉਂ ਕੀਤੇ? ਨਾ ਕਦੇ ਉਹ ਪੰਜਾਬ ਆਏ ਤੇ ਨਾ ਉਹਨਾਂ ਨੇ ਕਦੇ ਆਪਾਂ ਨੂੰ ਵੇਖਿਆ। ਬਸ ਉਹ ਜਿਹੜੀ ਉਹਨਾਂ ਦੇ ਮੂਹਰੇ ਇਮੇਜ ਰੱਖਤੀ ਵੀ ਹਾਂਜੀ ਜਿਹੇ ਜਿਹੇ ਜੌਨੀ ਲੀਵਰ ਵਰਗੇ ਜਾਂ ਜਿੰਨੇ ਵੀ ਉਹ ਬਣੇ ਆ, ਬਸ ਉਹ ਪੰਜਾਬੀ ਹਾ ਹਾ ਹੀ ਹੂ ਵਾਲੇ ਹੀ ਸਮਝ ਗਏ ਸੀ। ਉਹਨਾਂ ਨੂੰ ਪਤਾ ਨਹੀਂ ਵੀ ਇਹ ਕੌਮ 'ਚੋਂ ਕਿੱਡੇ ਕਿੱਡੇ ਹੀਰੇ ਨਿਕਲੇ ਆ ਤੇ ਸਾਡਾ ਕਿੱਡਾ ਕਿੱਡਾ ਦਿਮਾਗ ਆ। ਜੇ ਅਸੀਂ ਵਿਦੇਸ਼ਾਂ ਦੇ ਵਿੱਚ ਰਾਜ ਕਰ ਰਹੇ ਹਾਂ ਅੱਜ, ਜਿਹੜੇ ਕਹਿੰਦੇ ਆ ਵੀ ਹਾਂ ਕੈਨੇਡਾ ਨੂੰ ਖਾਲਿਸਤਾਨ ਬਣਾ ਦੇਣਾ, ਤੇ ਇਹਨਾਂ ਵਾਲੇ ਬਾਹਰ ਚਲੇ ਜਾਂਦੇ। ਨਾਲੇ ਹਰ ਰੋਜ਼ 50,000 ਬੰਦਾ ਉੱਥੇ ਪਹੁੰਚ ਰਿਹਾ, ਠੀਕ ਹੈ। ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਨੇ ਵੀ ਅਸੀਂ ਹੁਣ ਕਿੱਥੇ ਜਾਈਏ, ਕਿਉਂਕਿ ਦਿੱਲੀ ਤੋਂ ਸਾਰਿਆਂ ਨੂੰ ਘੇਰਾ ਪੈ ਚੁੱਕਿਆ। ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਸੱਚੀ ਉੜਤਾ ਪੰਜਾਬੀ ਆ, ਇੱਥੇ ਨਸ਼ੇ, ਇੱਥੇ ਬੇਰੁਜ਼ਗਾਰੀ, ਬਸ ਇੱਥੇ ਆਹੀ ਆ ਕਿ ਮੁੰਡੇ ਕੁੜੀਆਂ ਬਸ ਐਂ ਇੱਥੇ ਤੁਰੇ ਫਿਰਦੇ, ਕੋਈ ਇਹਨਾਂ ਦਾ ਹੈ ਨਹੀਂ। ਪਰ ਜਿਹੜੀ ਹੁਣ ਚੀਜ਼ ਅਸਲ ਸਾਹਮਣੇ ਆ, ਜਿਹੜਾ ਅਸਲ ਯੂਥ ਆ, ਕਿਉਂਕਿ ਉਹਨਾਂ ਨੇ ਇੱਥੇ ਆ ਕੇ ਨਾ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਦੇਖਣਾ, ਨਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਵੇਖਣਾ ਵੀ ਅਸਲ ਯੂਥ ਹੈ ਕੀ। ਹੁਣ ਇਹ ਆਪਣੀ ਜਿਹੜੀ ਲੋਕਾਂ ਨੇ ਉੱਥੇ ਜਾ ਕੇ ਦਿਖਾਇਆ ਕਿ ਸਾਨੂੰ ਇੰਗਲਿਸ਼, ਫਰੈਂਚ, ਜੋ ਵੀ ਤੁਸੀਂ ਚਾਹੁੰਦੇ ਹੋ, ਸਾਨੂੰ ਜਿਹੜੀ ਭਾਸ਼ਾ ਤੁਹਾਨੂੰ ਨਹੀਂ ਸਮਝ ਆਉਂਦੀ ਅਸੀਂ ਤੁਹਾਨੂੰ ਉਸੇ 'ਚ ਬੋਲ ਕੇ ਸਮਝਾਵਾਂਗੇ, ਪਰ ਸਾਨੂੰ ਇਹ ਬਿੱਲ ਨਹੀਂ ਚਾਹੀਦੇ। ਉਹਨਾਂ ਨੂੰ ਇਸ ਚੀਜ਼ ਤੋਂ ਕੰਬਣ ਲੱਗ ਗਏ। ਹੁਣ ਉਹਨਾਂ ਨੂੰ ਪਹਿਲਾਂ ਐਕਸਪੈਕਟਡ ਨਹੀਂ ਸੀਗਾ ਵੀ ਇਹ ਲੋਕ ਇੰਨੇ ਪਹੁੰਚ ਗਏ। ਹੁਣ ਕਹਿੰਦੇ ਨੇ ਵੀ ਟਰੈਕਟਰ ਟੂ ਟਵਿੱਟਰ, ਹੁਣ ਟਵਿੱਟਰ 'ਤੇ ਵੀ ਆਪਣੇ ਵਾਲੀ ਨੇ, ਉਹਨਾਂ ਵਾਲੇ ਤਾਂ ਬੰਦੇ ਕਿਤੇ ਲੱਭਦੇ ਵੀ ਨਹੀਂ। ਪਹਿਲਾਂ ਇੱਥੇ ਜੇ ਪੰਜਾਬ ਗਵਰਨਮੈਂਟ ਆ ਉਹਨੇ ਬੇਵਕੂਫ ਬਣਾਇਆ, ਜੇ ਸੈਂਟਰ ਆ ਤੇ ਉਹ ਬੇਵਕੂਫ ਬਣਾਉਂਦੀ ਆ। ਹੁਣ ਜਿੰਨੇ ਵੀ ਪੋਲੀਟੀਸ਼ੀਅਨ ਸੀਗੇ ਜਦੋਂ ਇਹ ਬਿੱਲ ਪਾਸ ਹੋਇਆ, ਸਾਰੇ ਉੱਥੇ ਜਿੰਨੇ ਵੀ ਆਪਣੇ ਜਿਹੜੇ ਇੱਥੇ ਚੀਫ ਮਿਨਿਸਟਰ ਆ ਉੱਥੇ ਅਵੇਲੇਬਲ ਸੀ ਉਸ ਟਾਈਮ 'ਤੇ, ਉਹਨਾਂ ਨੇ ਸਾਈਨ ਕੀਤੇ ਆ। ਤੇ ਹੁਣ ਉਹ ਲੋਕਾਂ ਨੂੰ ਬੇਵਕੂਫ ਬਣਾਉਣਾ, ਸੈਂਟਰ ਬੇਵਕੂਫ ਬਣਾ ਰਹੀ ਆ। ਪਰ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਆਪ ਵੀ ਲੈਕਿੰਗ ਇਹ ਹੈਗੀ ਆ ਕਿ ਜਦੋਂ ਹੁਣ ਵੋਟਸ ਆਉਣੀਆਂ ਵਾ, ਚਾਹੇ ਅੱਜ ਬਹੁਤ ਔਖੇ ਹੋ ਰਹੇ ਆ, ਪੰਜਾਬ ਦੇ ਔਖੇ ਹੋ ਰਹੇ ਆ, ਦਿੱਲੀ ਦੇ ਔਖੇ ਹੋ ਰਹੇ ਆ, ਸਾਰੇ ਔਖੇ ਹੋ ਰਹੇ ਆ, ਬਟ ਐਟ ਦਾ ਐਂਡ ਇਹਨਾਂ ਨੇ ਇਹੀ ਅਨਪੜ੍ਹ ਲੋਕਾਂ ਨੂੰ ਫਿਰ ਤੋਂ ਇੰਡੀਆ ਦੀ ਪਾਵਰ ਦੇ ਦੇਣੀ ਆ। ਹੁਣ ਆਪਾਂ ਕਹਿ ਦਿੰਦੇ ਆ ਵੀ ਹਾਂਜੀ ਉਹਨੇ ਵੀ ਸਾਈਨ ਕੀਤੇ ਸੀ, ਸਾਰਿਆਂ ਨੇ ਕੀਤੇ ਸੀ, ਸਾਰੇ ਅੰਦਰੋਂ ਥਾਲੀ ਇੱਕੋ ਹੀ ਹੈ ਇਹਨਾਂ ਦੀ। ਉਹ ਬੀਬੀ ਨੇ ਪਹਿਲਾਂ ਨਹੀਂ ਸੀ ਕਿਹਾ ਵੀ ਖਾਂਦੇ ਇੱਕੋ ਥਾਲੀ 'ਚ ਬਸ ਉੱਠਦੇ ਅੱਡ ਅੱਡ, ਵੀ ਇੱਕ ਜਣਾ ਪਹਿਲਾਂ ਉੱਠ ਖੜੇ ਇੱਕ ਜਣਾ ਬਾਅਦ 'ਚ ਉੱਠ ਖੜੇ, ਇਹ ਉਹ ਹਿਸਾਬ ਹੈ ਇਹਨਾਂ ਦਾ। ਕਿਸਾਨ ਆ ਜਿਹੜੇ ਉਹ ਇੱਕ ਪੜ੍ਹੇ ਲਿਖੇ ਨੇ ਸਾਰੇ, ਇੱਥੇ ਅਸੀਂ ਵੀ ਪੜ੍ਹੇ ਲਿਖੇ ਹਾਂ, ਤੁਸੀਂ ਵੀ, ਜਿਹੜੇ ਉੱਥੇ ਬੈਠੇ ਨੇ, ਜਿਹੜੇ ਉਹਨਾਂ ਦੇ ਪੁੱਤ ਨੇ ਉਹ ਸਾਰੇ ਕੈਨੇਡਾ ਦੇ ਵਿੱਚ ਜਾਂ ਜਿੱਥੇ ਵੀ ਬਹੁਤ ਵਧੀਆ ਵਧੀਆ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਕੋਈ ਨਲਾਇਕ ਨਹੀਂ ਹੈਗੇ ਉਹ। ਜੇ ਉਹਨਾਂ ਨੇ ਉਹ ਚੀਜ਼ ਰਿਜੈਕਟ ਕੀਤੀ ਹੈ ਤੇ ਬਹੁਤ ਸੋਚ ਸਮਝ ਕੇ ਤੇ ਬਹੁਤ ਗਾਂਹ ਦੀ ਸੋਚ ਸਮਝ ਕੇ ਇਹਨੇ ਰਿਜੈਕਟ ਕੀਤੀ ਹੋਣੀ ਹੈ। ਬਿਹਾਰ ਤੋਂ ਆਪਣੇ ਕੰਮ ਕਰਨ ਆ ਰਹੇ ਮਜ਼ਦੂਰ, ਉਹ ਕਿਉਂ ਭੱਜ ਕੇ ਆ ਰਹੇ ਆ? ਕੱਲ YouTube ਤੇ ਇੱਕ ਟ੍ਰੈਂਡਿੰਗ ਸੀਗੀ ਵੀਡੀਓ, ਉਹ ਕਹਿੰਦੇ ਵੀ ਜੇ ਇੱਥੇ ਵੀ ਇਹਨਾਂ ਨੇ ਲਾਗੂ ਕਰਤਾ ਤੇ ਫਿਰ ਪੰਜਾਬੀ ਕਿੱਥੇ ਭੱਜ ਕੇ ਜਾਣਗੇ ਕੰਮ ਕਰਨ? ਬਿਹਾਰ ਤੋਂ ਤਾਂ ਭੱਜ ਕੇ ਇੱਥੇ ਆਈ ਜਾਂਦੇ ਆ, ਆਪਾਂ ਕਿੱਥੇ ਜਾਵਾਂਗੇ? ਫਿਰ ਉਹ ਕਹਿ ਦਿੰਦੇ ਆ ਵੀ ਜੀ ਕੈਨੇਡਾ ਕਿਉਂ ਜਾਂਦੇ ਆ ਜੀ, ਆਏ ਕਦੋਂ ਕਰਦੇ? ਜੋ ਤੁਸੀਂ ਗਵਰਨਮੈਂਟ ਹੀ ਤੁਸੀਂ ਇੰਨੀ ਮਤਲਬ ਕਿ ਉਹ ਕਰ ਰਹੇ ਹੋ ਤੇ ਫਿਰ ਬੱਚੇ ਕੀ ਕਰਨ? ਮੈਂ ਤਾਂ ਇਹੀ ਕਹਿੰਦੀ ਹੁਣ ਖਲੋਤੇ ਆ ਨਾ ਤੇ ਫਿਰ ਇੰਨਾ ਜ਼ਿਆਦਾ ਸਟੈਂਡ ਲੈ ਜਾਣਾ ਕਿ ਇੰਡੀਆ ਦੀ ਇੱਕ ਵਾਰ ਪੂਰੀ ਹਿਸਟਰੀ ਚੇਂਜ ਕਰ ਦੇਣ, ਕਿ ਜਿੰਨੇ ਅਨਪੜ੍ਹ ਲੋਕ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦੇਣ ਇੰਡੀਆ ਦੀ ਡੈਮੋਕ੍ਰੇਸੀ ਦੇ ਵਿੱਚੋਂ। ਇੱਕ ਪਾਸੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਆ ਤੇ ਆਪ ਸਭ ਨੂੰ ਪਤਾ ਹੀ ਹੈ, ਰੋਜ਼ ਨਿਊਜ਼ ਤੁਸੀਂ ਦੇਖਦੇ ਹੋਗੇ। ਤਾਂ ਦੱਸ ਦਈਏ ਖੇਤੀਬਾੜੀ ਸੁਧਾਰ ਬਿੱਲਾਂ ਕਰਕੇ ਉਹ ਬੈਠੇ ਹੋਏ ਨੇ। ਕਿਹਾ ਤਾਂ ਇਹਨੂੰ ਸੁਧਾਰ ਬਿੱਲ ਗਿਆ ਸੀ ਸਰਕਾਰ ਵੱਲੋਂ, ਪਰ ਕਿਸਾਨਾਂ ਨੇ ਇਹਨੂੰ ਕਾਲੇ ਕਾਨੂੰਨ ਕਹਿ ਤਾ, ਕਿਉਂਕਿ ਉਹਨਾਂ ਨੇ ਕਿਹਾ ਵੀ ਇਸ ਵਿੱਚ ਨਾ ਕੋਈ MSP ਲਿਖੀ ਹੋਈ ਸੀ, ਨਾ APMC ਬਾਰੇ ਵੀ ਕਿਹਾ ਗਿਆ ਸੀ ਵੀ APMC ਵਾਸਤੇ ਵੀ ਪੂਰੀ ਤਰ੍ਹਾਂ ਕਲੈਰਿਟੀ ਨਹੀਂ ਦੱਸੀ ਗਈ ਸੀ। ਪ੍ਰਾਈਵੇਟ ਮੰਡੀਆਂ ਕਿਹਾ ਸੀ ਵੀ ਪ੍ਰਾਈਵੇਟ ਮੰਡੀਆਂ ਆਉਣਗੀਆਂ ਜਿਹਦੇ ਕਰਕੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ, ਪਰ ਕਿਸਾਨਾਂ ਨੇ ਇਹ ਬਿੱਲ ਬੜੀ ਜਲਦੀ ਪੜ੍ਹ ਲਏ ਅਤੇ ਬੜੀ ਜਲਦੀ ਸਮਝ ਲਏ ਤੇ 2 ਮਹੀਨੇ ਪਹਿਲਾਂ ਹੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਤੇ ਹੁਣ ਤੁਹਾਨੂੰ ਪਤਾ ਹੀ ਹੈ, ਭਾਵੇਂ ਟਿਕਰੀ ਬਾਰਡਰ ਹੋਵੇ ਭਾਵੇਂ ਸਿੰਘੂ ਬਾਰਡਰ ਹੋਵੇ, ਉੱਥੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਆ। ਜ਼ਰੂਰ ਕੱਲ੍ਹ ਕੁਛ ਸਰਕਾਰ ਚੁੱਕੀ, ਉਹਨੇ ਇੱਕ ਪ੍ਰਪੋਜ਼ਲ ਭੇਜਿਆ ਜਿਹਦੇ 'ਚ ਉਹਨੇ ਕਿਹਾ ਵੀ MSP ਜਾਰੀ ਰਹੇਗੀ, ਪਰ ਹੁਣ ਕਿਸਾਨ ਡਟ ਗਏ ਨੇ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਹਾਂ। ਤੇ ਹੁਣ ਤੁਹਾਨੂੰ ਦੱਸ ਦਈਏ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਮੌਜੂਦ ਆ, ਸਾਡੇ ਨਾਲ ਕਾਫੀ ਸਟੂਡੈਂਟਸ ਨੇ ਜਿਹੜੇ ਐਗਰੀਕਲਚਰ ਨੂੰ ਪੜ੍ਹ ਰਹੇ ਨੇ, ਉਹਨਾਂ ਨੇ ਐਗਰੀਕਲਚਰ ਪੜ੍ਹੀ ਆ। ਉਹਨਾਂ ਤੋਂ ਪੁੱਛਦੇ ਆ ਵੀ ਉਹਨਾਂ ਦਾ ਇਸ 'ਤੇ ਕੀ ਪ੍ਰਤੀਕਰਮ ਹੈ, ਉਹਦਾ ਕੀ ਓਪੀਨੀਅਨ ਹੈ, ਕਿਉਂਕਿ ਇਹਨਾਂ ਤੋਂ ਵਧੀਆ ਮੇਰੇ ਹਿਸਾਬ ਨਾਲ ਕੋਈ ਨਹੀਂ ਦੱਸ ਸਕਦਾ। ਇੱਕ ਪਾਸੇ ਸਰਕਾਰ
ਪਹਿਲਾਂ ਤਾਂ ਬਹੁਤ ਕਹਿ ਰਹੀ ਸੀ ਇਸ ਦੇ ਬਹੁਤ ਫਾਇਦੇ ਨੇ ਵੀ ਸਰਕਾਰ ਜਿਹੜੀ ਕਿਸਾਨਾਂ ਦੀ ਇਨਕਮ ਹੈ ਉਹ 1 ਸਾਲ 'ਚ ਡਬਲ ਹੋ ਜਾਏਗੀ। ਇਹੋ ਜਿਹੇ ਗ੍ਰਾਫਸ ਲੈ ਕੇ ਆ ਰਹੇ ਸੀ ਵੀ ਡਬਲ ਹੋ ਜਾਏਗੀ, ਪਰ ਕਿਸਾਨਾਂ ਨੂੰ ਪਹਿਲਾਂ ਹੀ ਸਭ ਕੁਝ ਸਮਝ ਆ ਗਿਆ ਸੀ। ਹੁਣ ਅਸੀਂ ਸਟੂਡੈਂਟਸ ਨਾਲ ਗੱਲ ਕਰਦੇ ਹਾਂ। ਪਹਿਲਾਂ ਤਾਂ ਦੱਸੋ ਵੀ ਕਿਹੜੀ ਕਲਾਸ 'ਚ ਤੁਸੀਂ ਪੜ੍ਹਦੇ ਹੋ? ਸਰ ਮੈਂ MSc ਸੋਇਲ ਸਾਇੰਸ ਦਾ ਵਿਦਿਆਰਥੀ ਹਾਂ ਜੀ, ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਤੇ ਮੈਨੂੰ ਇੱਕ ਗੱਲ ਦੱਸੋ ਵੀ ਸਰਕਾਰ ਜਿਵੇਂ ਕਹਿ ਰਹੀ ਹੈ ਇਸ ਕਾਨੂੰਨ ਦੇ ਬਹੁਤ ਜ਼ਿਆਦਾ ਫਾਇਦੇ ਆ, ਤੁਸੀਂ ਐਗਰੀਕਲਚਰ ਪੜ੍ਹ ਰਹੇ ਹੋ, ਤੁਹਾਨੂੰ ਕੀ ਲੱਗਦਾ ਵੀ ਕਿਸਾਨ ਸਹੀ ਗੱਲ ਕਰ ਰਹੇ ਆ ਜਾਂ ਇਸ ਸਮੇਂ ਸਰਕਾਰ ਸਹੀ ਗੱਲ ਕਰ ਰਹੀ ਹੈ ਵੀ ਕੀ ਇਸ ਦੇ ਫਾਇਦੇ ਹੋ ਸਕਦੇ ਆ ਜਾਂ ਕੀ ਇਹਦੇ ਨੁਕਸਾਨ ਨੇ? ਨਹੀਂ ਸਰ, ਜੇ ਬਿੱਲਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਦੇ ਪੱਖੋਂ ਗੱਲ ਕੀਤੀ ਜਾਵੇ ਤਾਂ ਜੇ ਆਪਾਂ ਪੂਰੇ ਬਿੱਲ ਪੜ੍ਹ ਲਈਏ ਉਹਦੇ ਵਿੱਚ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਚੇਂਜ ਕੀਤਾ ਗਿਆ, APMC ਮੰਡੀ ਐਕਟ ਉਹ ਖਤਮ ਕਰ ਦਿੱਤਾ ਗਿਆ। ਸਾਰੇ ਬਿੱਲ ਜੇ ਆਪਾਂ ਪੜ੍ਹੀਏ ਤਾਂ ਉਹਦੇ ਵਿੱਚ ਐਂ ਕਿਹਾ ਵੀ ਕਾਰਪੋਰੇਟ ਜਿਹੜੇ ਹੈਗੇ ਆ ਉਹ ਤੁਹਾਨੂੰ ਰੇਟ ਵੱਧ ਦੇਣਗੇ, ਕਾਰਪੋਰੇਟ ਸਟੋਰ ਕਰ ਸਕਦੇ ਆ, ਠੀਕ ਹੈ, ਕਾਰਪੋਰੇਟ ਤੁਹਾਡੇ ਨਾਲ ਕੰਟਰੈਕਟ ਫਾਰਮਿੰਗ ਕਰਨਗੇ, ਠੀਕ ਹੈ, ਸਾਰੀਆਂ ਇੱਦਾਂ ਦੀਆਂ ਗੱਲਾਂ ਨੇ। ਉਹਦੇ ਵਿੱਚ ਫਾਰਮਰ ਤਾਂ ਕਿਤੇ ਵੀ ਨਹੀਂ ਆਇਆ, ਫਾਰਮਰ ਦਾ ਨਾਂ ਤਾਂ ਕਿਤੇ ਵੀ ਨਹੀਂ ਹੈਗਾ ਵੀ ਫਾਰਮਰ ਕੀ ਕਰੂਗਾ, ਜਾਂ ਐਂ ਕਿਤੇ ਵੀ ਨਹੀਂ ਗੱਲ ਹੋਈ ਵੀ ਫਾਰਮਰ ਨੂੰ ਕੋਈ ਇਨਸੈਂਟਿਵ ਦੇਵਾਂਗੇ ਜਾਂ ਫਾਰਮਰ ਆਪ ਕਰੇ, ਉਹ ਗੱਲ ਤਾਂ ਉਹਦੇ ਵਿੱਚ ਕਿਤੇ ਵੀ ਨਹੀਂ ਹੈਗੀ। ਤਾਂ ਕਰਕੇ ਫਾਰਮਰ ਦਾ ਤਾਂ ਇਹਦੇ ਵਿੱਚ ਨੁਕਸਾਨ ਹੀ ਹੈਗਾ ਨਾ, ਫਾਰਮਰ ਨੂੰ ਦਬਾਇਆ ਜਾ ਰਿਹਾ। ਪਰ ਕੱਲ੍ਹ ਨਵੇਂ ਉਹਨਾਂ ਨੇ ਪ੍ਰਪੋਜ਼ਲ ਭੇਜੇ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਤੁਹਾਡੀ ਕੋਈ ਜ਼ਮੀਨ ਨਹੀਂ ਖੋ ਸਕਦਾ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਦੇ ਡਰਾਬੈਕ ਸੀ ਇਹਨਾਂ ਨੇ ਕਲੀਅਰ ਕਰਕੇ ਭੇਜਤੀਆਂ ਨੇ। ਨਹੀਂ ਸਰ, ਉਹਦੇ ਵਿੱਚ ਜ਼ਰੂਰ ਉਹਨਾਂ ਨੇ ਚੇਂਜ ਕੀਤਾ। ਪਹਿਲਾਂ ਜਿਵੇਂ ਸੀਗਾ ਵੀ ਤੁਸੀਂ SDM ਕੋਲ ਜਾ ਸਕਦੇ ਹੋ, ਹੁਣ ਉਹਨਾਂ ਨੇ ਕਹਿਤਾ ਵੀ ਹੁਣ ਤੁਸੀਂ ਕੋਰਟ ਵੀ ਜਾ ਸਕਦੇ ਹੈਗੇ ਹੋ, ਪਰ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹੋਊਗਾ। ਕਿਉਂਕਿ ਜੇ ਕੋਈ ਕੋਆਪਰੇਟਿਵ ਕੰਪਨੀ ਹੈਗੀ ਉਹਨਾਂ ਕੋਲ ਆਪਦੇ ਲਾਇਰ ਹੁੰਦੇ ਆ, ਪ੍ਰੋਫੈਸ਼ਨਲ ਬੰਦੇ ਹੁੰਦੇ ਆ, ਉਹ ਸਾਰੇ ਉਹ ਚੀਜ਼ ਨੂੰ ਹੈਂਡਲ ਕਰ ਸਕਦੇ ਆ। ਪਰ ਜੇ ਇੱਕ ਫਾਰਮਰ, ਜੇ ਆਪਾਂ ਆਮ ਦੀ ਗੱਲ ਕਰੀਏ ਵੀ 2 ਕਿੱਲੇ 4 ਕਿੱਲੇ 5 ਕਿੱਲੇ ਵਾਲਾ ਬੰਦਾ ਹੈਗਾ, ਉਹ ਕਿੰਨੇ ਕੁ ਦਿਨ ਕੋਰਟ 'ਚ ਜਾਊਗਾ, ਕਿੰਨੀ ਕੁ ਵਾਰੀ ਕੋਰਟ 'ਚ ਜਾਊਗਾ? ਉੱਤੋਂ ਪਹਿਲਾਂ ਇਹ ਹੁੰਦਾ ਸੀ ਵੀ ਕੰਟਰੈਕਟ ਫਾਰਮਿੰਗ 2 ਸਾਲ ਦਾ ਹੁੰਦਾ ਸੀਗਾ, ਠੀਕ ਹੈ, ਹੁਣ ਉਹ ਇਹਨਾਂ ਨੇ ਵਧਾ ਕੇ 15 ਸਾਲ ਕਰਤਾ। ਤਾਂ ਫਾਰਮਰ ਤਾਂ ਦਬ ਜੂਗਾ ਪਹਿਲੇ 2-3 ਸਾਲਾਂ ਦੇ ਵਿੱਚ। ਉਹ ਤੋਂ ਬਾਅਦ ਜੇ ਕਾਰਪੋਰੇਟ ਐਂ ਕਹਿ ਦੇ ਵੀ ਜੀ ਸਾਨੂੰ ਤਾਂ ਨੁਕਸਾਨ ਹੋ ਰਿਹਾ, ਅਸੀਂ ਤੁਹਾਨੂੰ ਘੱਟ ਪੈਸੇ ਦੇਵਾਂਗੇ, ਜਾਂ ਜਿਹਨੂੰ ਆਪਾਂ ਠੇਕਾ ਕਹਿ ਰਹੇ ਹਾਂ ਘੱਟ ਦੇਵਾਂਗੇ, ਉਹ ਤੋਂ ਬਾਅਦ ਫਾਰਮਰ ਦੀ ਜਾਂ ਕਾਰਪੋਰੇਟ ਦੀ ਕਿਸੇ ਨੂੰ ਕੋਈ ਜਵਾਬਦੇਹੀ ਨਹੀਂ ਹੈਗੀ। ਫਾਰਮਰ ਕਿੱਥੇ ਜਾਊਗਾ? ਉਹ ਤੋਂ ਬਾਅਦ ਕੋਰਟ ਵੀ ਕੀ ਕਰੂਗੀ ਉਹਦੇ ਵਿੱਚ? ਜ਼ਰੂਰ ਕਈ ਵਾਰੀ ਨੌਜਵਾਨ ਨੇ, ਨੌਲੇਜ ਇਹਨਾਂ ਨੂੰ ਪੂਰੀ ਹੁੰਦੀ ਆ, ਪਰ ਕੈਮਰੇ ਮੂਹਰੇ ਆਉਣ ਤੋਂ ਡਰ ਜਾਂਦੇ ਆ। ਕੁਛ ਕੁ ਹੋਰ ਨੌਜਵਾਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਡਰੋ ਨਾ, ਤੁਹਾਡੇ ਕੋਲ ਨੋਰਮਲ ਸਵਾਲ ਹੀ ਪੁੱਛਣੇ ਆ, ਇੰਨੀ ਡਰਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਐਗਰੀਕਲਚਰ ਦੇ ਸਟੂਡੈਂਟ ਹੋ, ਸ਼ਾਇਦ ਮੇਰੇ ਤੋਂ ਜ਼ਿਆਦਾ ਤੁਸੀਂ ਜਾਣਦੇ ਹੋਵੋਗੇ। ਅਤੇ ਇੱਕ ਮੈਨੂੰ ਗੱਲ ਦਾ ਜਵਾਬ ਦਿਓ, ਨਿਊਜ਼ਸ ਵੀ ਰੈਗੂਲਰ ਦੇਖ ਰਹੇ ਹੋਗੇ, ਅਪਡੇਸ਼ਨ ਵੀ ਪੂਰੀ ਲੈ ਰਹੇ ਹੋਗੇ ਵੀ ਕੱਲ੍ਹ ਅਮੈਂਡਮੈਂਟਸ ਕਰਨ ਵਾਸਤੇ ਉਹ ਮੰਨ ਗਏ ਸੀ, ਪ੍ਰਪੋਜ਼ਲ ਵੀ ਉਹਨਾਂ ਨੇ ਭੇਜੇ ਆ। ਪ੍ਰਪੋਜ਼ਲ ਕਿਸਾਨ ਜਥੇਬੰਦੀਆਂ ਨੇ ਪ੍ਰਪੋਜ਼ਲ ਨਹੀਂ ਮੰਨੇ, ਉਹਨਾਂ ਨੇ ਬਿਲਕੁਲ ਸਹੀ ਕੀਤਾ, ਕਿਉਂਕਿ ਆਮ ਲੋਕ ਸੋਚ ਰਹੇ ਆ, ਕਈ ਲੋਕ ਇਹ ਵੀ ਕਹਿ ਰਹੇ ਆ ਚਲੋ ਪ੍ਰਪੋਜ਼ਲ ਹੁਣ ਮੰਨ ਲੈਣੇ ਚਾਹੀਦੇ ਸੀ ਵੀ ਇੰਨੀ ਦੇਰ ਹੋ ਗਈ ਮੋਰਚਾ ਲਾਇਆ ਹੋਇਆ, ਵੀ ਹੁਣ ਪ੍ਰਪੋਜ਼ਲ ਮੰਨ ਲੈਣੇ ਚਾਹੀਦੇ ਸੀ। ਹੁਣ ਤੁਸੀਂ ਆਪਣਾ ਓਪੀਨੀਅਨ ਦੱਸੋ ਵੀ ਇਸ 'ਤੇ ਕੀ ਉਹਨਾਂ ਨੂੰ ਮੰਨਣੇ ਚਾਹੀਦੇ ਸੀ, ਨਹੀਂ ਮੰਨਣੇ ਚਾਹੀਦੇ ਸੀ, ਕੀ ਉਹਨਾਂ ਨੇ ਸਹੀ ਕੀਤਾ ਜੋ ਕੀਤਾ? ਸਰ ਦੇਖੋ, ਪਹਿਲੀ ਗੱਲ ਤਾਂ ਜੇ ਉਹ ਇੰਨੇ ਆਪਣੇ ਪ੍ਰਪੋਜ਼ਲ ਜੇ ਉਹ ਪਹਿਲਾਂ ਹੀ ਰੱਖ ਦਿੰਦੇ ਹੈ ਨਾ, ਹੁਣ ਤਾਂ ਇਹ ਆ ਵੀ ਜਿਹੜੀ ਚੀਜ਼ ਉਹਨਾਂ ਨੇ ਉਹ ਮੰਨਣਾ ਨਹੀਂ ਚਾਹੁੰਦੇ ਕਿ ਉਹ ਆਪਣੇ ਬਿਲਸ ਜਿਹੜੇ ਵਾਪਸ ਨਹੀਂ ਲੈਣਾ ਚਾਹੁੰਦੇ, ਉਹ ਆਪਣੀ ਹੇਠੀ ਨਹੀਂ ਕਰਾਉਣਾ ਚਾਹੁੰਦੇ। ਉਹ ਹੁੰਦਾ ਨਾ ਕਿ ਜਵਾਕ ਨੂੰ ਆਪਾਂ ਥੋੜ੍ਹਾ ਜਿਹਾ ਵੀ ਚੱਲ ਤੈਨੂੰ ਚਾਕਲੇਟ ਨਹੀਂ ਦਿੰਦੇ, ਤੈਨੂੰ ਟੌਫੀ ਦੇ ਕੇ ਵਰਾ ਦਿੰਦੇ ਆ, ਉਹ ਵਾਲਾ ਹਿਸਾਬ ਆ। ਇਹ ਦੇ ਰਹੇ ਆ, ਜੇ ਉਹ ਇੰਨੇ ਆਪਣੀ ਕੰਸਰਨਡ ਸੀਗੇ ਤਾਂ ਉਹਨਾਂ ਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀਗਾ। ਹੁਣ ਇਹ ਆ ਆਪਣੀ ਇੱਜ਼ਤ 'ਤੇ ਆ ਗਈ ਹੁਣ ਗੱਲ। ਜੇ ਆਪਾਂ ਉੱਥੇ ਬੈਠੇ ਆਪਾਂ ਡਾਂਗਾਂ ਵੀ ਖਾਧੀਆਂ, ਆਪਾਂ ਪਾਣੀ ਦੇ ਥੱਲੇ ਵੀ ਗਏ ਆ, ਸਭ ਕੁਛ ਕੀਤਾ, ਅਤੇ ਜੇ ਹੁਣ ਆਪਾਂ ਇੰਨੀ ਨਿੱਕੀ ਜਿਹੀ ਗੱਲ ਕਰਕੇ ਉਹ ਐਕਟ ਹੀ ਵਾਪਸ ਲੈ ਲੈਣ, ਜੇ ਉਹਨਾਂ ਨੇ ਸਾਡੀ ਭਲਾਈ ਕਰਨੀ, ਮੈਨੂੰ ਸਮਝ ਨਹੀਂ ਆਉਂਦੀ ਕਿ ਐਡੀ ਕੀ ਕਾਹਲੀ ਪੈ ਗਈ ਸੀ। ਇੰਨੇ ਉਹਨਾਂ ਨੇ ਲੋਕਡਾਊਨ ਦੇ ਵਿੱਚ ਜਿੱਥੇ ਇੰਨੇ ਲੋਕ ਮਰ ਰਹੇ ਸੀ, ਸਭ ਕੁਝ ਹੋ ਰਿਹਾ ਸੀ, ਉਹਨਾਂ ਨੇ ਇੰਨੇ ਧੱਕੇ ਦੇ ਵਿੱਚ ਉਹ ਬਿੱਲ ਪਾਸ ਹੀ ਕਿਉਂ ਕੀਤੇ? ਹੁਣ ਤੁਸੀਂ ਜੇ ਹੁਣ ਵੀ ਤੁਸੀਂ ਸਾਨੂੰ ਛੋਟੀਆਂ ਬਿੱਲਾਂ ਦੇ ਰਹੇ ਹੋ ਵੀ ਹਾਂਜੀ ਅਸੀਂ ਤੁਹਾਡੀ MSP ਜਿਹੜੀ ਤੁਹਾਡੀ ਲਿਖ ਦਿੰਦੇ ਹਾਂ, ਜਿਹੜੀ ਤੁਹਾਡੀ ਗਵਰਨਮੈਂਟ ਆ ਉਹ ਪੂਰਾ ਉਹ ਰੱਖ ਸਕਦੀ, ਰਿਕਾਰਡ ਰੱਖ ਸਕਦੀ ਆ, ਅਤੇ ਤੁਸੀਂ ਪਹਿਲਾਂ ਹੀ ਕਰ ਦਿੰਦੇ। ਉਹ ਐਕਚੁਅਲੀ ਕੰਸਰਨਡ ਨਹੀਂ ਹੈਗੇ, ਉਹ ਆਪਾਂ ਨੂੰ ਟੌਫੀ ਦੇ ਕੇ ਵਰਾਉਣਾ ਚਾਹੁੰਦੇ ਆ। ਬਹੁਤ ਸਹੀ ਕੀਤਾ ਜਥੇਬੰਦੀਆਂ ਨੇ ਜਿਹੜੀ ਚੀਜ਼ ਮੋੜਤੀ। ਜੇ ਉਹਨਾਂ ਨੂੰ ਇੰਨਾ, ਸਾਡੀ ਜਥੇਬੰਦੀਆਂ ਨੂੰ ਇਹ ਚਾਹੀਦਾ ਆ ਕਿ ਹੁਣ ਉਹ ਬਿੱਲ ਹੀ ਵਾਪਸ ਲੈ ਲੈਣ, ਸਾਨੂੰ ਨਹੀਂ ਚਾਹੀਦੀ ਭਲਾਈ ਉਹਨਾਂ ਦੀ, ਅਸੀਂ ਆਪੇ ਕਰ ਲਾਂਗੇ, ਠੀਕ ਹੈ। ਕਿਸਾਨ ਆ ਜਿਹੜੇ ਉਹ ਇੱਕ ਪੜ੍ਹੇ ਲਿਖੇ ਨੇ ਸਾਰੇ, ਇੱਥੇ ਅਸੀਂ ਵੀ ਪੜ੍ਹੇ ਲਿਖੇ ਹਾਂ, ਤੁਸੀਂ ਵੀ, ਜਿਹੜੇ ਉੱਥੇ ਬੈਠੇ ਨੇ, ਜਿਹੜੇ ਉਹਨਾਂ ਦੇ ਪੁੱਤ ਨੇ ਉਹ ਸਾਰੇ ਕੈਨੇਡਾ ਦੇ ਵਿੱਚ ਜਾਂ ਜਿੱਥੇ ਵੀ ਬਹੁਤ ਵਧੀਆ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਕੋਈ ਨਲਾਇਕ ਨਹੀਂ ਹੈਗੇ ਉਹ। ਜੇ ਉਹਨਾਂ ਨੇ ਉਹ ਚੀਜ਼ ਰਿਜੈਕਟ ਕੀਤੀ ਹੈ ਤੇ ਬਹੁਤ ਸੋਚ ਸਮਝ ਕੇ, ਤੇ ਬਹੁਤ ਗਾਂਹ ਦੀ ਸੋਚ ਸਮਝ ਕੇ ਇਹਨੇ ਰਿਜੈਕਟ ਕੀਤੀ ਹੋਣੀ ਹੈ। ਅਤੇ ਇੱਕ ਹੋਰ ਪਹਿਲਾਂ ਕਿਹਾ ਜਾਂਦਾ ਸੀ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ, ਪਰ ਜਦੋਂ ਮੀਟਿੰਗਾਂ ਹੋਈਆਂ ਤਾਂ ਸਾਹਮਣੇ ਪਾਰਟੀ, ਕਿਉਂਕਿ ਜਦੋਂ ਮੀਟਿੰਗ 'ਤੇ ਵੀ ਮੀਟਿੰਗ ਦੇ ਵੀ ਉੱਥੇ ਗੱਲਾਂ ਬਾਹਰ ਆਉਂਦੀਆਂ ਸੀ, ਜਦੋਂ ਮੀਟਿੰਗਸ ਹੋਈਆਂ ਤਾਂ ਇੱਕੋ ਵਾਰੀ ਉਹ ਸੁਣ ਕੇ ਹੱਕੇ ਬੱਕੇ ਰਹਿ ਗਏ ਵੀ ਇਹਨਾਂ ਨੂੰ ਕਿੱਥੋਂ ਸਭ ਕੁਝ ਪਤਾ ਲੱਗ ਗਿਆ। ਜੀ ਸਰ, ਉਹਨਾਂ ਨੂੰ ਐਕਚੁਅਲੀ ਪਤਾ ਹੀ ਨਹੀਂ ਸੀਗਾ ਵੀ ਇਹ ਕੌਮ ਕੀ ਆ। ਉਹ ਆਪਾਂ ਨੂੰ ਕਹਿੰਦੇ ਹੁੰਦੇ ਨਾ ਵੀ ਪੰਜਾਬੀ, ਜਿਹੜੇ ਬਾਲੀਵੁੱਡ ਵਾਲੇ ਵੇਖੇ ਸੀ ਉਹਨਾਂ ਨੇ, ਉਹ ਆਪਾਂ ਨੂੰ ਉਵੇਂ ਹੀ ਸਮਝੀ ਬੈਠੇ ਸੀ, ਨਾ ਕਦੇ ਉਹ ਪੰਜਾਬ ਆਏ ਅਤੇ ਨਾ ਉਹਨਾਂ ਨੇ ਕਦੇ ਆਪਾਂ ਨੂੰ ਵੇਖਿਆ। ਬਸ ਉਹ ਜਿਹੜੀ ਉਹਨਾਂ ਦੇ ਮੂਹਰੇ ਇਮੇਜ ਰੱਖਤੀ ਵੀ ਹਾਂਜੀ ਜਿਹੇ ਜਿਹੇ ਜੌਨੀ ਲੀਵਰ ਵਰਗੇ ਜਾਂ ਜਿੰਨੇ ਵੀ ਉਹ ਬਣੇ ਆ, ਬਸ ਉਹ ਪੰਜਾਬੀ ਹਾ ਹਾ ਹੀ ਹੂ ਵਾਲੇ ਹੀ ਸਮਝ ਗਏ ਸੀ। ਉਹਨਾਂ ਨੂੰ ਪਤਾ ਨਹੀਂ ਵੀ ਇਹ ਕੌਮ 'ਚੋਂ ਕਿੱਡੇ ਕਿੱਡੇ ਹੀਰੇ
ਘਰੇ ਨਿਕਲਿਆ ਤੇ ਸਾਡਾ ਕਿੱਡਾ ਦਿਮਾਗ ਆ। ਜੇ ਅਸੀਂ ਵਿਦੇਸ਼ਾਂ ਦੇ ਵਿੱਚ ਰਾਜ ਕਰ ਰਹੇ ਹਾਂ ਅੱਜ, ਜਿਹੜੇ ਕਹਿੰਦੇ ਆ ਵੀ ਹਾਂ ਕੈਨੇਡਾ ਨੂੰ ਖਾਲਿਸਤਾਨ ਬਣਾ ਦੇਣਾ, ਤੇ ਇਹਨਾਂ ਵਾਲੇ ਬਾਹਰ ਚਲੇ ਜਾਂਦੇ। ਜੇ ਜਾ ਕੇ ਸਾਡੇ ਉੱਧਰ ਲੋਕ ਉਹਨਾਂ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਆ ਜਿਹੜਾ ਉੱਧਰ ਆ, ਉਹਦੇ ਵਿੱਚ ਮੈਂਬਰ ਬਣੇ ਆ, ਕੋਈ ਪੜ੍ਹੇ ਲਿਖੇ ਬੰਦੇ ਹੋਣਗੇ, ਕੋਈ ਖੇਤੀ ਐ ਤਾਂ ਹੈ ਨਹੀਂ ਵੀ ਇਹਨਾਂ ਵਾਂਗੂ ਵੀ ਅਸੀਂ ਬਹਿ ਕੇ ਟਵਿੱਟਰ 'ਤੇ ਬੋਲ ਪਏ ਜਾਂ 2 ਗੱਲਾਂ ਕਹਿਤੀਆਂ। ਹੁਣ ਇਹਨਾਂ ਦੇ ਨੇਤਾ ਬੈਠੇ ਉੱਥੇ ਕਹੀ ਜਾਂਦੇ ਜਮਾਂ ਹੀ ਅਨਪੜ੍ਹ ਵੀ ਹਾਂ ਇਹਨਾਂ ਨੂੰ ਚਾਈਨਾ ਵੱਲੋਂ ਜਾਂ ਪਾਕਿਸਤਾਨ ਵੱਲੋਂ ਸਪੋਰਟ ਆ ਜਾਂ ਜਿਵੇਂ ਵੀ ਆ, ਹੈ ਨਾ। ਪਹਿਲਾਂ ਸਲੋਗਨ ਹੁੰਦਾ ਸੀ ਵੀ ਬੇਟੀ ਪੜ੍ਹਾਓ ਤੇ ਦੇਸ਼ ਬਚਾਓ, ਪਰ ਹੁਣ ਗੱਲ ਇਹ ਆ ਬਹੁਤ ਜ਼ਰੂਰੀ ਹੈ ਕਿ ਮੰਤਰੀ ਪੜ੍ਹਾਓ ਫਿਰ ਦੇਸ਼ ਬਚੂਗਾ। ਜੇ ਪੜ੍ਹੇ ਲਿਖੇ ਮੰਤਰੀ ਹੋਣਗੇ ਤਾਂ ਹੀ ਦੇਸ਼ ਬਚੂਗਾ, ਨਹੀਂ ਤਾਂ ਵੇਖਿਆ ਸਮਝੋ। ਇੱਕ ਹੋਰ ਗੱਲ ਵੀ ਕੁੜੀਆਂ ਦੀ ਸ਼ਮੂਲੀਅਤ ਹੋ ਗਈ, ਉਹ ਬਹੁਤ ਘੱਟ ਦੇਖਣ ਨੂੰ ਮਿਲਦੀ ਸੀ, ਪਰ ਇਸ ਮੋਰਚੇ 'ਚ ਉਹਨਾਂ ਦੀ ਸ਼ਮੂਲੀਅਤ ਵੀ ਕਾਫੀ ਅੱਗੇ ਆਈ ਹੈ। ਸਰ ਇਹਦੇ ਵਿੱਚ ਇਹੀ ਆ ਵੀ ਮਤਲਬ ਕੁੜੀਆਂ ਨੂੰ ਮੂਹਰੇ ਵੱਧ ਚੜ ਕੇ ਜਾਣਾ ਚਾਹੀਦਾ ਹੈ, ਬਟ ਇੱਥੇ ਆਪਣੀ ਮਤਲਬ ਜਨਰੇਸ਼ਨ ਲੈਕ ਕਰ ਰਹੀ ਆ। ਜਿੱਥੇ ਹੁਣ ਮਤਲਬ ਇੰਨੇ ਆਪਣੇ ਬਜ਼ੁਰਗ ਇੱਕ ਆਪਣੇ ਮਤਲਬ ਆਪਣੀ ਯੂਥ ਵਿੱਚ ਜਾ ਰਿਹਾ ਆ, ਔਰ ਇਸ ਚੀਜ਼ ਨੂੰ ਕੁੜੀਆਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਹੈ। ਮੈਂ ਇਹ ਮਤਲਬ ਵੀਡੀਓ ਰਾਹੀਂ ਮੈਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ, ਮਤਲਬ ਜਿਹੜੀ PU PIU ਆ, ਜਿੰਨੀਆਂ ਵੀ ਯੂਨੀਵਰਸਿਟੀਆਂ ਦੇ ਵਿੱਚ ਕੁੜੀਆਂ ਨੇ, ਹੈ ਨਾ, ਉਹਨਾਂ ਨੂੰ ਇੱਕ ਮਤਲਬ ਜਥੇਬੰਦੀ ਮਤਲਬ ਕੁੜੀਆਂ ਦੀ ਵੀ ਤਿਆਰ ਕੀਤੀ ਜਾਵੇ, ਤਾਂ ਕਿ ਕੁੜੀਆਂ ਵੀ ਅੱਗੇ ਜਾ ਕੇ ਸਪੋਰਟ ਕਰ ਸਕਣ। ਉਹਨਾਂ ਨੂੰ ਗਵਰਨਮੈਂਟ ਨੂੰ ਪਤਾ ਲੱਗੇ ਵੀ ਜਿੱਥੇ ਮੁੰਡੇ ਸਟੈਂਡ ਕਰ ਰਹੇ ਆ, ਸਾਡੀ ਐਜੂਕੇਸ਼ਨ ਉਹ ਕੁੜੀ ਵੀ ਉੱਥੇ ਜਾ ਕੇ ਸਟੈਂਡ ਕਰ ਸਕਦੀ ਹੈ। ਜੇ ਅਸੀਂ ਮਤਲਬ ਫਾਰਮਰ ਦੀ ਮਤਲਬ ਬੈਕਗਰਾਊਂਡ 'ਚੋਂ ਆ ਰਹੇ ਹਾਂ, ਸਾਨੂੰ ਵੀ ਪਤਾ ਆ ਵੀ ਹਾਂ ਮਤਲਬ ਸਾਡੇ ਪੇਰੈਂਟਸ ਨੇ ਕਿੰਨਾ ਸਟਰਗਲ ਕਰਕੇ ਇੱਥੇ ਅਸੀਂ ਪਹੁੰਚੇ ਹਾਂ। ਅਸੀਂ ਸਾਡੀਆਂ ਮਤਲਬ ਪੇਰੈਂਟਸ ਦੀ ਖੇਤੀਬਾੜੀ ਕਰਕੇ ਹੀ ਅਸੀਂ ਅੱਜ ਇੱਥੇ ਪੜ੍ਹ ਰਹੇ ਹਾਂ। ਤਾਂ ਸਾਨੂੰ ਅਸੀਂ ਉਹ ਚੀਜ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਵੀ ਅਸੀਂ ਵੀ ਜਾਈਏ, ਅਸੀਂ ਵੀ ਅੱਗੇ ਨਾਲ ਸਪੋਰਟ ਕਰੀਏ। ਸੋ ਇਸ ਚੀਜ਼ ਦੀ ਮਤਲਬ ਇਹ ਜਿਹੜੀ ਰੈਲੀ ਇਹ ਚੀਜ਼ ਲੈਕ ਕਰ ਰਹੀ ਹੈ ਕੁੜੀਆਂ ਦੀ ਮਤਲਬ ਸਾਈਡ 'ਤੇ। ਤਾਂ ਕਹਿੰਦੇ ਆ ਵੀ ਕੁੜੀਆਂ ਨੂੰ ਵੀ ਅੱਗੇ ਲੈ ਕੇ ਜਾਓ, ਕੁੜੀਆਂ ਵੀ ਅੱਗੇ ਜਾਣ, ਉਹਨਾਂ ਨੂੰ ਪਤਾ ਲੱਗੇ ਗਵਰਨਮੈਂਟ ਨੂੰ ਵੀ ਹਾਂ ਜੇ ਇੱਥੇ ਬਜ਼ੁਰਗ ਨਹੀਂ ਮੁੰਡੇ ਨਹੀਂ ਆ, ਇੱਥੇ ਕੁੜੀਆਂ ਵੀ ਨਾਲ ਖੜਦੀਆਂ ਨੇ। ਇੱਕ ਬੜੀ ਫੇਮਸ ਜਰਨਲਿਸਟ ਵੀ ਹੈਗੀ ਆ ਵੀ ਉਹਨੇ ਜਦੋਂ ਇੱਕ ਇੰਟਰਵਿਊ ਕੀਤੀ ਤਾਂ ਬੜਾ ਕਹਿਣ ਲੱਗ ਗਈ, ਕਹਿੰਦੀ ਮੈਂ ਤਾਂ ਕਿਸਾਨ ਨੂੰ ਇੰਗਲਿਸ਼ ਬੋਲਦੇ ਆ ਦੇਖ ਕੇ ਬੜੀ ਹੈਰਾਨ ਜੀ ਹੋਈ ਵੀ ਇਹ ਇੰਗਲਿਸ਼ ਵੀ ਬੋਲ ਲੈਂਦੇ ਆ। ਮਤਲਬ ਇਹ ਸਾਨੂੰ ਜਾਣ ਕੇ ਇਹੋ ਜਿਹਾ ਪੋਰਟਰੇਟ ਕਰਦੇ ਸੀਗੇ ਵੀ ਹਾਂ ਅਸੀਂ ਤਾਂ ਅਨਪੜ੍ਹ ਹਾਂ, ਸਾਨੂੰ ਤਾਂ ਇੰਗਲਿਸ਼ ਵੀ ਨਹੀਂ ਆਉਂਦੀ, ਸਾਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ। ਗਲਤੀ ਆਪਾਂ ਬਗਾਨਿਆਂ 'ਚ ਬਾਅਦ 'ਚੋਂ ਕੱਢੀਏ, ਪਹਿਲਾਂ ਆਪਣੀਆਂ ਨੇ। ਜਿਹੜੀ ਉਡਤਾ ਪੰਜਾਬ ਫਿਲਮ ਵੀ ਬਣੀ ਸੀ ਨਾ, ਉਹ ਆਪਣਿਆਂ ਨੇ ਹੀ ਬਣਾਈ ਸੀ। ਜੇ ਆਪਣਾ ਬੰਦਾ ਉਹਦੇ ਵਿੱਚ ਜਾ ਕੇ ਰੋਲ ਨਾ ਕਰਦਾ ਨਾ, ਤੇ ਕਿਉਂਕਿ ਉਹ ਜਿਹੜੀ ਚੀਜ਼ ਆ ਆਪਾਂ ਹੁਣ ਇੱਥੇ ਬੋਲ ਰਹੇ ਹਾਂ, ਇਹ ਕੁਛ ਕੁ ਲੋਕ ਸੁਣਨਗੇ। ਜਿਹੜੇ ਉਹ ਚੀਜ਼ ਸੁਣ ਰਹੀ ਆ ਵਰਲਡ ਵਾਈਡ ਸੀ, ਉਹ ਹਰ ਇੱਕ ਨੇ ਦੇਖੀ ਆ। ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਸੱਚੀ ਉਡਤਾ ਪੰਜਾਬੀ ਆ, ਇੱਥੇ ਨਸ਼ੇ, ਇੱਥੇ ਬੇਰੁਜ਼ਗਾਰੀ, ਬਸ ਇੱਥੇ ਆਹੀ ਆ ਕਿ ਮੁੰਡੇ ਕੁੜੀਆਂ ਬਸ ਐਂ ਇੱਥੇ ਤੁਰੇ ਫਿਰਦੇ, ਕੋਈ ਇਹਨਾਂ ਦਾ ਹੈ ਨਹੀਂ। ਪਰ ਜਿਹੜੀ ਹੁਣ ਚੀਜ਼ ਅਸਲ ਸਾਹਮਣੇ ਆ, ਜਿਹੜਾ ਅਸਲ ਯੂਥ ਆ, ਕਿਉਂਕਿ ਉਹਨਾਂ ਨੇ ਇੱਥੇ ਆ ਕੇ ਨਾ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਦੇਖਣਾ, ਨਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਵੇਖਣਾ ਵੀ ਅਸਲ ਯੂਥ ਹੈ ਕੀ। ਹੁਣ ਇਹ ਆਪਣੀ ਜਿਹੜੀ ਲੋਕਾਂ ਨੇ ਉੱਥੇ ਜਾ ਕੇ ਦਿਖਾਇਆ ਕਿ ਸਾਨੂੰ ਇੰਗਲਿਸ਼, ਫਰੈਂਚ, ਜੋ ਵੀ ਤੁਸੀਂ ਚਾਹੁੰਦੇ ਹੋ, ਸਾਨੂੰ ਜਿਹੜੀ ਭਾਸ਼ਾ ਤੁਹਾਨੂੰ ਨਹੀਂ ਸਮਝ ਆਉਂਦੀ ਅਸੀਂ ਤੁਹਾਨੂੰ ਉਸੇ 'ਚ ਬੋਲ ਕੇ ਸਮਝਾਵਾਂਗੇ, ਪਰ ਸਾਨੂੰ ਇਹ ਬਿੱਲ ਨਹੀਂ ਚਾਹੀਦੇ। ਉਹਨਾਂ ਨੂੰ ਇਸ ਚੀਜ਼ ਤੋਂ ਕੰਬਣ ਲੱਗ ਗਏ। ਹੁਣ ਉਹਨਾਂ ਨੂੰ ਪਹਿਲਾਂ ਐਕਸਪੈਕਟਡ ਨਹੀਂ ਸੀਗਾ ਵੀ ਇਹ ਲੋਕ ਇੰਨੇ ਪਹੁੰਚ ਗਏ। ਹੁਣ ਕਹਿੰਦੇ ਨੇ ਵੀ ਟਰੈਕਟਰ ਟੂ ਟਵਿੱਟਰ, ਹੁਣ ਟਵਿੱਟਰ 'ਤੇ ਵੀ ਆਪਣੇ ਵਾਲੀ ਨੇ, ਉਹਨਾਂ ਵਾਲੇ ਤਾਂ ਬੰਦੇ ਕਿਤੇ ਲੱਭਦੇ ਵੀ ਨਹੀਂ। ਵੈਸੇ ਇੱਕ ਗੱਲ, ਜਦੋਂ ਆਪਾਂ 2 ਮਹੀਨੇ ਪਹਿਲਾਂ ਸੰਘਰਸ਼ ਹੋਇਆ ਸੀ, ਸੋਚਿਆ ਸੀ ਵੀ ਐਡਾ ਵੱਡਾ ਸੰਘਰਸ਼ ਹੋ ਜਾਏਗਾ ਵੀ ਉੱਥੇ ਤੱਕ ਅਸੀਂ ਪਹੁੰਚ ਜਾਵਾਂਗੇ ਤੇ ਇੱਦਾਂ ਪੱਕੇ ਮੋਰਚੇ ਲਾ ਲਾਂਗੇ ਅਸੀਂ? ਨਹੀਂ ਸਰ, ਬਿਲਕੁਲ ਹੀ ਨਹੀਂ, ਉਮੀਦ ਨਹੀਂ ਸੀਗੀ। ਪਰ ਆਪਣੇ ਬਜ਼ੁਰਗਾਂ ਨੇ ਹਾਰ ਨਹੀਂ ਮੰਨੀ, ਜਿਹੜੇ ਪਰ ਹੋਣਾ ਵੀ ਨਹੀਂ ਸੀਗਾ ਜੇ ਉਹ ਆਪਣੇ 'ਤੇ ਲਾਠੀਚਾਰਜ ਨਾ ਕਰਦੇ, ਜੇ ਉਹ ਆਪਣੇ 'ਤੇ ਵਿਕੈਨਨ ਨਾ ਕਰਦੇ। ਆਪਣੀ ਜਿਹੜੀ ਯੂਥ ਨੂੰ ਆ, ਉਦੋਂ ਵੀ ਇਕੱਲੇ ਬਜ਼ੁਰਗ ਹੀ ਗਏ ਸੀਗੇ, ਉਦੋਂ ਯੂਥ ਨੂੰ ਹੁਣ ਗੁੱਸਾ ਆਇਆ ਵੀ ਜੇ ਸਾਡੇ ਬਜ਼ੁਰਗ ਡਾਂਗਾਂ ਖਾ ਸਕਦੇ ਤੇ ਅਸੀਂ ਇੱਥੇ ਕਿਉਂ ਬੈਠੇ ਹਾਂ। ਉਹ ਜੇ ਅੱਜ ਉੱਥੇ ਗਏ ਆ, ਉਹ ਚੀਜ਼ ਨੇ ਆਪਾਂ ਨੂੰ ਬਹੁਤ ਟ੍ਰਿਗਰ ਕੀਤਾ। ਸਹੀ ਗੱਲ, ਇਹ ਚੀਜ਼ ਬਹੁਤ ਫੇਵਰ 'ਚ ਆਈ ਹੈ ਪੰਜਾਬ ਦੇ ਵਿੱਚ। ਮਤਲਬ ਪਹਿਲਾਂ ਮਤਲਬ ਇਹਦਾ ਯੂਥ ਮਤਲਬ ਇੰਨੀ ਚੀਜ਼ ਪਾਰਟੀਸਪੇਟ ਨਹੀਂ ਕਰਦਾ ਸੀਗਾ। ਇਹ ਚੀਜ਼ ਦੇ ਨਾਲ ਉਹਨਾਂ ਨੇ ਆਪਾਂ ਨੂੰ ਪੰਜਾਬ ਨੂੰ ਇਕੱਠਾ ਕੀਤਾ ਹੈ। ਮੈਂ ਕਹਿੰਦੀ ਇਹ ਚੀਜ਼ ਹੋਣੀ ਚਾਹੀਦੀ ਸੀ ਤੇ ਇਹ ਵਧੀਆ ਹੋਈ ਆ। ਅੱਗੇ ਤੋਂ ਪੰਜਾਬ ਨੂੰ ਮਤਲਬ ਹੋਸ਼ ਆਇਆ ਵੀ ਪੰਜਾਬ 'ਚ ਹੈ ਕੀ ਆ, ਯੂਥ ਨੂੰ ਪਤਾ ਲੱਗੂਗਾ ਵੀ ਅਸੀਂ ਕਰਨਾ ਸੀ ਕਦੇ, ਤੇ ਉਹ ਹੁਣ ਦੇਖ ਰਹੇ ਆ ਤੇ ਉਹਨਾਂ ਦੇ ਹੋਸ਼ ਉੱਡ ਗਏ ਵੀ ਯਾਰ ਅੱਛਾ ਇਹਨਾਂ ਦੀ ਇੰਨੀ ਯੂਨਿਟੀ ਆ ਵੀ ਇਤਿਹਾਸ ਭੁੱਲ ਗਏ ਸੀ। ਹੁਣ ਉਹਨਾਂ ਨੂੰ ਆਏ ਆ ਵੀ ਯਾਰ ਅਸੀਂ ਹੁਣ ਕਿੱਥੇ ਜਾਈਏ। ਉਹਨਾਂ ਦੀ ਪ੍ਰੈਸਟੀਜ ਇਸ਼ੂ ਹੋ ਚੁੱਕਿਆ ਵੀ ਅਸੀਂ ਹੁਣ ਜੇ ਬਿੱਲ ਵਾਪਸ ਲੈਣੇ ਆ ਤਾਂ ਗਵਰਨਮੈਂਟ ਕਿੱਥੇ ਗਲਤ ਹੋ ਗਈ। ਉਹਨਾਂ ਨੂੰ ਫਿਰ ਜਦੋਂ ਮੰਨ ਲਓ ਬਿੱਲ ਵਾਪਸ ਲੈ ਲਏ, ਉਦੋਂ ਬਾਅਦ ਜੋ ਉੱਥੇ ਹੰਗਾਮਾ ਹੋਣਾ, ਜੋ ਆਪਣੀ ਜਿੱਤ ਲੈ ਕੇ ਆਵਾਂਗੇ ਵਾਪਸ, ਉਹ ਉਹਨਾਂ ਤੋਂ ਦੇਖੀ ਨਹੀਂ ਜਾਣੀ। ਗੱਲ ਇਹ ਹੈ, ਉਹਨਾਂ ਤੋਂ ਸਾਹਮਣੇ ਹੋ ਰਿਹਾ ਵੀ ਯਾਰ ਅਸੀਂ ਕਿੱਥੇ ਗਲਤ ਹੋ ਗਏ। ਨਾਲੇ ਹਰ ਰੋਜ਼ 50,000 ਬੰਦਾ ਉੱਥੇ ਪਹੁੰਚ ਰਿਹਾ, ਠੀਕ ਹੈ। ਉਹ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਨੇ ਵੀ ਅਸੀਂ ਹੁਣ ਕਿੱਥੇ ਜਾਈਏ, ਕਿਉਂਕਿ ਦਿੱਲੀ ਤੋਂ ਸਾਰਿਆਂ ਨੂੰ ਘੇਰਾ ਪੈ ਚੁੱਕਿਆ। ਜੈਪੁਰ ਬਾਰਡਰ ਆ ਜਿਹੜਾ, ਉਹ ਵੀ 12 ਦਸੰਬਰ ਤੋਂ ਬਾਅਦ ਉਹਨਾਂ ਨੇ ਕਰ ਦੇਣਾ। ਉਹ ਨਾ ਕਿਤੇ ਜਾ ਸਕਦੇ ਆ, ਨਾ ਕਿਤੇ ਆ ਸਕਦੇ ਆ, ਉਹ ਬਸ ਉੱਥੇ ਹੀ ਬੈਠੇ ਆ। ਚੰਡੀਗੜ੍ਹ ਵਿੱਚ ਵੀ ਇੰਨਾ ਹੰਗਾਮਾ ਹੋਇਆ, ਉੱਥੇ ਲੇਡੀਜ਼ ਵੀ ਸੀ, ਉੱਥੇ ਬਜ਼ੁਰਗ ਵੀ ਸੀ, ਉੱਥੇ ਸਾਰਾ ਯੂਥ ਸੀਗਾ। ਇਹਨਾਂ ਨੇ ਵੇਖਿਆ ਉਹ ਭੁੱਖੇ ਅੰਦੋਲਨ, ਜਿਵੇਂ ਅੰਨਾ ਹਜ਼ਾਰੇ ਦਾ ਹੋ ਗਿਆ ਵੀ 100 ਦਿਨ ਤੁਸੀਂ ਭੁੱਖੇ ਬਹਿ ਜਾਓ, ਕੋਈ ਫਰਕ ਨਹੀਂ। ਪਰ ਇਹਨਾਂ ਨੂੰ ਇਹ ਤਾਂ ਪਤਾ ਹੀ ਨਹੀਂ ਸੀ ਵੀ ਅਸੀਂ ਤੁਹਾਡੇ ਵਰਗੇ ਬੇਵਕੂਫ ਤਾਂ ਹੈ ਨਹੀਂ, ਅਸੀਂ ਤੁਹਾਡੇ ਕਰਕੇ ਆਪਦਾ ਢਿੱਡ ਕਿਉਂ ਖਰਾਬ ਕਰਾਂਗੇ। ਅਸੀਂ ਖਾ ਵੀ ਰਹੇ ਹਾਂ, ਉੱਥੇ ਜਵਾਕ ਨੱਚ ਵੀ ਰਹੇ ਆ, ਸਭ ਕੁਝ ਕਰ ਰਹੇ ਆ ਉੱਥੇ।
ਪਰ ਇਹ ਆ ਵੀ ਹੁਣ ਅਸੀਂ ਡੋਲਣਾ ਨਹੀਂ ਹੈਗਾ, ਅਸੀਂ ਤਾਂ ਆਪਦੇ ਖਾਣ ਪੀਣ ਦਾ ਪੂਰੀ ਵਧੀਆ ਨਜ਼ਾਰੇ ਲੈ ਕੇ ਗਏ ਆ। ਸੋਚ ਰਹੇ ਹਾਂ ਵੀ ਅਸੀਂ ਕੀ ਕੁਛ ਉੱਥੇ ਲੈਕ ਕਰ ਰਹੇ ਹਾਂ, ਵੀ ਅਸੀਂ ਕਿੱਦਾਂ ਜਾਈਏ। 2-3 ਦਿਨਾਂ 'ਚ ਅਸੀਂ ਪ੍ਰੋਗਰਾਮ ਬਣਾ ਰਹੇ ਹਾਂ ਵੀ ਅਸੀਂ ਸਾਰੇ PAU ਦੇ ਇੱਥੇ ਸ਼ਾਮ ਨੂੰ 5 ਤੋਂ 6 ਵਜੇ ਸਭ ਇਕੱਠੇ ਹੁੰਦੇ ਆ, ਸਭ ਥਾਟਸ ਆਪਦੇ ਲੈ ਕੇ ਆਉਂਦੇ ਆ। ਉਹ ਇੱਥੇ ਅਸੀਂ ਅੱਜ ਇਹੀ ਸੋਚ ਰਹੇ ਸੀ, ਇਹੀ ਡਿਸਕਸ਼ਨ ਕਰ ਰਹੇ ਸੀ ਵੀ ਅੱਜ ਉੱਥੇ ਜਾ ਕੇ ਅਸੀਂ ਕੀ ਥਾਟਸ ਦੱਸਣੇ ਆ, ਵੀ ਆਪਾਂ ਕਿਵੇਂ ਉੱਥੇ ਜੋ ਚੀਜ਼ਾਂ ਲੈਕ ਕਰ ਰਹੀਆਂ ਉਹ ਲੈ ਕੇ ਜਾਈਏ, ਇੱਥੋਂ ਕੁੜੀਆਂ ਇਕੱਠੀਆਂ ਕਰਕੇ ਲੈ ਕੇ ਜਾਈਏ, ਸਾਰੇ ਉੱਥੇ ਆਪਦੇ ਪੇਰੈਂਟਸ ਲੈ ਕੇ ਜਾਈਏ, ਮਤਲਬ ਉੱਥੇ ਦੇਖੀਏ ਵੀ ਯਾਰ ਹਾਂ ਅਸੀਂ ਵੀ ਏਕਤਾ ਹੈਗੀ ਹੈ ਸਾਡੇ 'ਚ ਵੀ। ਇੱਕ ਹੋਰ ਹਾਸੋ ਵਾਲੀ ਗੱਲ ਹੈ ਵੀ ਜਦੋਂ ਪਿਛਲੀ ਮੀਟਿੰਗ ਹੋਈ ਅਮਿਤ ਸ਼ਾਹ ਨਾਲ, ਕਹਿੰਦੇ ਅਮੈਂਡਮੈਂਟਸ ਕਰਾ ਲਓ ਜਿੰਨੀਆਂ ਕਰਾ ਸਕਦੇ ਆ, ਮਤਲਬ ਲੱਡੂ ਲੈ ਜਾਓ, ਡੱਬਾ ਸਾਡੇ ਕੋਲ ਛੱਡ ਜਾਓ, ਵੀ ਨਾਮ ਸਾਡਾ ਬਸ ਡੱਬਾ ਬਣਿਆ ਰਹੇ, ਲੱਡੂ ਤੁਸੀਂ ਸਾਰੇ ਲੈ ਜਾਓ। ਉਹੀ ਗੱਲ ਹੈ ਨਾ, ਅਮੈਂਡਮੈਂਟ ਜੋਗੀ ਰਹਿ ਗਏ ਹੁਣ। ਉਹਨਾਂ ਇੱਦਾਂ ਵੀ ਸਾਡੀ ਪ੍ਰੈਸਟੀਜ ਤੇ ਆ ਗਿਆ ਵੀ ਅਸੀਂ ਅਮੈਂਡਮੈਂਟ ਕਰਕੇ ਇਹ ਬਿੱਲ ਐਕਟ ਕਰਨਾ ਆ, ਬਟ ਅਸੀਂ ਪੰਜਾਬੀਆਂ ਨੇ ਕਰਨ ਨਹੀਂ ਦੇਣਾ। ਇੱਥੇ ਇਹ ਅਸੀਂ ਨਹੀਂ ਪਿੱਛੇ ਹਟਣਾ, ਉਹਨਾਂ ਨੂੰ ਪਿੱਛੇ ਹਟਣਾ ਪੈਣਾ ਇਹ ਗੱਲ ਪਿੱਛੇ। ਗਵਰਨਮੈਂਟ ਨਾ ਹਰ ਇੱਕ ਐਸਪੈਕਟ ਦੇ ਉੱਪਰ ਬੇਵਕੂਫ ਬਣਾਉਂਦੀ ਆ। ਪਹਿਲਾਂ ਇੱਥੇ ਜੇ ਪੰਜਾਬ ਗਵਰਨਮੈਂਟ ਆ ਉਹਨੇ ਬੇਵਕੂਫ ਬਣਾਇਆ, ਜੇ ਸੈਂਟਰ ਆ ਤੇ ਉਹ ਬੇਵਕੂਫ ਬਣਾਉਂਦੀ ਆ। ਹੁਣ ਜਿੰਨੇ ਵੀ ਪੋਲੀਟੀਸ਼ੀਅਨ ਸੀਗੇ ਜਦੋਂ ਇਹ ਬਿੱਲ ਪਾਸ ਹੋਇਆ, ਸਾਰੇ ਉੱਥੇ ਜਿੰਨੇ ਵੀ ਆਪਣੇ ਜਿਹੜੇ ਇੱਥੇ ਚੀਫ ਮਿਨਿਸਟਰ ਆ ਉੱਥੇ ਅਵੇਲੇਬਲ ਸੀ ਉਸ ਟਾਈਮ ਤੇ, ਉਹਨਾਂ ਨੇ ਸਾਈਨ ਕੀਤੇ ਆ। ਤੇ ਹੁਣ ਉਹ ਲੋਕਾਂ ਨੂੰ ਬੇਵਕੂਫ ਬਣਾਉਣਾ, ਸੈਂਟਰ ਬੇਵਕੂਫ ਬਣਾ ਰਹੀ ਆ। ਪਰ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਆਪ ਵੀ ਲੈਕਿੰਗ ਇਹ ਹੈਗੀ ਆ ਕਿ ਜਦੋਂ ਹੁਣ ਵੋਟਸ ਆਉਣੀਆਂ ਵਾ, ਚਾਹੇ ਅੱਜ ਬਹੁਤ ਔਖੇ ਹੋ ਰਹੇ ਆ, ਪੰਜਾਬ ਦੇ ਔਖੇ ਹੋ ਰਹੇ ਆ, ਦਿੱਲੀ ਦੇ ਔਖੇ ਹੋ ਰਹੇ ਆ, ਸਾਰੇ ਔਖੇ ਹੋ ਰਹੇ ਆ, ਬਟ ਐਟ ਦਾ ਐਂਡ ਇਹਨਾਂ ਨੇ ਇਹੀ ਅਨਪੜ੍ਹ ਲੋਕਾਂ ਨੂੰ ਫਿਰ ਤੋਂ ਇੰਡੀਆ ਦੀ ਪਾਵਰ ਦੇ ਦੇਣੀ ਆ, ਜੋ ਕਿ ਐਕਸੈਪਟੇਬਲ ਨਹੀਂ ਹੋਣਾ ਚਾਹੀਦਾ ਇਸ ਟਾਈਮ 'ਤੇ। ਚਾਹੇ ਅੱਜ ਧਰਨਾ ਲਾ ਰਹੇ ਆ, ਹੋਪਸ ਹੋ ਕਿ ਇਹ ਸਾਰੇ ਬਿੱਲ ਵਾਪਸ ਆਉਣਗੇ ਜਿੰਨੀ ਜ਼ਿਆਦਾ ਸੰਘਰਸ਼ ਚੱਲੀ ਜਾਂਦਾ, ਪਰ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਆ ਕਿ ਜੋ ਮਰਜ਼ੀ ਹੋ ਜੇ, ਇਹੋ ਜਿਹੀ ਗਵਰਨਮੈਂਟ ਜਿਹੜੀ ਸਾਡੀ ਗੱਲ ਨਹੀਂ ਸੁਣਦੀ। 1947 ਤੋਂ ਉਹੀ ਫੀਲਿੰਗ ਆਉਂਦੀ 1947 ਤੋਂ ਪਹਿਲਾਂ ਵਾਲੀ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ ਪਿਆ ਇਸ ਟਾਈਮ 'ਤੇ। ਅਸੀਂ ਭੁੱਖੇ ਬੈਠੇ ਹਾਂ, ਅਸੀਂ ਇੰਨਾ ਜ਼ਿਆਦਾ ਸਫ਼ਰ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ ਸਫ਼ਰ? ਅਸੀਂ ਇਹਨਾਂ ਲੋਕਾਂ ਨੂੰ ਇਸ ਕਰਕੇ ਇਲੈਕਟ ਕਰਦੇ ਹਾਂ ਨਾ ਕਿ ਇਹ ਸਾਡੀ ਗੱਲ ਸੁਣ, ਸਾਡੇ ਭਲੇ ਵਾਸਤੇ ਆਉਣ। ਬਿਹਾਰ ਦੇ ਵਿੱਚ ਇੰਨੀ ਜ਼ਿਆਦਾ ਗਰੀਬੀ ਹੈ, ਉੱਥੇ ਇਹਨਾਂ ਨੂੰ ਕੁਝ ਨਹੀਂ ਦਿਖ ਰਿਹਾ। ਇੱਕ ਸਟੈਚੂ ਬਣਾਏ ਜਾ ਰਿਹਾ ਪਾਰਲੀਮੈਂਟ ਤੇ, ਇੰਨਾ ਪੈਸਾ ਲਗਾਇਆ ਜਾ ਰਿਹਾ ਕਿ ਬਿਹਾਰ 'ਚ ਮੈਂ ਵਿੱਚ ਰੋਕਣਾ ਚਾਹਾਂਗਾ ਵੀ ਬਿਹਾਰ 'ਚ ਫੇਰ ਜਿੱਤ ਗਿਆ ਤਾਂ ਉਹੀ ਗੱਲ ਹੈ ਨਾ, ਲੋਕ ਕਿਉਂ ਨਹੀਂ ਇਹ ਗੱਲ ਸਮਝਦੇ, ਕਿਉਂ ਨਹੀਂ ਹੈਗੇ। ਜੇ ਹੁਣ ਬ੍ਰੇਨ ਵਾਸ਼ ਕੀਤਾ ਗਿਆ ਸਾਰਾ, ਜੇਕਰ ਕਿਸਾਨ ਇੰਗਲਿਸ਼ ਬੋਲ ਰਿਹਾ ਇਹ 'ਚ ਐਡੀ ਵੱਡੀ ਕਿਹੜੀ ਗੱਲ ਹੈ? ਅਗਰ 21st ਸੈਂਚੁਰੀ ਆ ਤੇ 2020 ਚੱਲ ਰਿਹਾ ਤਾਂ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਕਿ ਇੰਗਲਿਸ਼ ਬੋਲ ਸਕਦਾ ਕੋਈ। ਸਾਰੇ ਕਰਦੇ ਆ, ਫ੍ਰੈਂਚ ਅਸੀਂ ਕਰਦੇ ਆ, ਆਇਲਸ ਅਸੀਂ ਕਰਦੇ ਆ। ਅਗਰ ਕੋਈ ਪੜ੍ਹਿਆ ਲਿਖਿਆ, ਕੋਈ ਕਿਸੇ ਨੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਇਲੈਕਸ਼ਨ 'ਚ ਖਲੋ ਜਾਂਦਾ, ਕਿੰਨੀ ਮਾੜੀ ਗੱਲ ਹੁੰਦੀ ਆ ਕਿ ਉਹ ਬੰਦਾ ਇੰਨੀ ਬੁਰੀ ਤਰੀਕੇ ਨਾਲ ਹਾਰਦਾ ਵਾ। ਇਹਨਾਂ ਨੂੰ ਲੋਕਾਂ ਨੂੰ ਖੁਦ ਉਹ ਚੀਜ਼ਾਂ ਡਾਈਜੈਸਟ ਨਹੀਂ ਹੁੰਦੀਆਂ। ਮੈਂ ਤਾਂ ਇਹੀ ਕਹਿੰਦੀ ਹੁਣ ਖਲੋਤੇ ਆ ਨਾ ਤੇ ਫਿਰ ਇੰਨਾ ਜ਼ਿਆਦਾ ਸਟੈਂਡ ਲੈ ਜਾਣਾ ਕਿ ਇੰਡੀਆ ਦੀ ਇੱਕ ਵਾਰ ਪੂਰੀ ਹਿਸਟਰੀ ਚੇਂਜ ਕਰ ਦੇਣ, ਕਿ ਜਿੰਨੇ ਅਨਪੜ੍ਹ ਲੋਕ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦੇਣ ਇੰਡੀਆ ਦੀ ਡੈਮੋਕ੍ਰੇਸੀ ਦੇ ਵਿੱਚੋਂ, ਤਾਂ ਕਿ ਕੋਈ ਵੀ ਬੰਦਾ ਕਿਸੇ ਨੂੰ ਹਰਾਸ ਨਾ ਕਰ ਸਕੇ। ਚਾਹੀਦੀ ਜੇ ਤੁਹਾਡੇ ਕੋਲ ਡਿਗਰੀ ਹੈ ਜਾਂ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ, ਮਿਨੀਮਮ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਤਾਂ ਰੱਖੋ, ਤਾਂ ਕਿ ਤੁਸੀਂ ਇੱਕ ਚਾਹ ਪੀਣ ਵਾਲਾ ਬੰਦਾ ਪ੍ਰਾਈਮ ਮਿਨਿਸਟਰ ਬਣ ਸਕਦਾ। ਅਸੀਂ ਇੱਥੇ PhD MSc ਕਰ ਰਹੇ ਹਾਂ, ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਤੁਸੀਂ ਉਹਨਾਂ ਦੀ ਸੁਣ ਰਹੇ ਹੋ, ਤਾਂ ਦੇਸ਼ ਦਾ ਹਾਲ ਵੇਖ ਲਓ ਕੀ ਹੈ ਇਸ ਟਾਈਮ 'ਤੇ। ਇਸ ਕਰਕੇ ਇਹ ਹੈ ਵੀ ਕੰਡੀਸ਼ਨਸ ਇਦੋਂ ਵੀ ਵਰਸ ਹੋਣਗੀਆਂ ਜੇ ਆਪਾਂ ਹੁਣ ਫੈਸਲਾ ਨਾ ਲਿੱਤਾ। ਇਹ ਜੋ ਚੱਲ ਰਹੀ ਹੈ ਮੁਹਿੰਮ, ਇਹ ਚੱਲਣੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਹੋਊਗਾ ਆਪਾਂ ਉਹਦਾ ਸਿੱਟਾ ਨਿਕਲੇ, ਵਧੀਆ ਨਿਕਲੇ। ਆਪਾਂ ਕੋਈ ਸਭ ਚੀਜ਼ ਚੇਂਜ ਹੋਣੀ ਚਾਹੀਦੀ, ਜਿਵੇਂ ਐਜੂਕੇਸ਼ਨ ਸਿਸਟਮ ਚੇਂਜ ਹੋਇਆ ਸੀ ਉਵੇਂ ਇਹ ਸਿਸਟਮ ਚੇਂਜ ਹੋਣਾ ਚਾਹੀਦਾ। ਪਰ ਉਹ ਤੁਸੀਂ ਕਿਹਾ ਵੀ ਚਾਹ ਵੇਚਣ ਵਾਲਾ, ਪਰ ਉਹ ਵੀ ਕਹਿੰਦੇ ਵੀ ਸਾਡੇ ਕੋਲ ਬੁੱਧੀਜੀਵੀ ਬੜੇ ਆ, ਬੁੱਧੀਜੀਵੀਆਂ ਨੇ ਬਹਿ ਕੇ ਬਣਾਇਆ ਸਾਰਾ ਬਿੱਲ, ਜਿਹੜਾ ਬਹਿ ਕੇ ਬਣਾਇਆ ਬਿੱਲ। ਤੇ ਉਹ ਹੁਣ ਇਹ ਕੰਡੀਸ਼ਨ ਕਿਉਂ ਆ ਰਹੀ ਹੈ? ਮਰਜ਼ੀ ਬਣਵਾ ਲਓ ਨਾ, ਉਹ ਤੇ ਤਾਂ ਕੋਈ ਹੈ ਹੀ ਨਹੀਂ ਨਾ। ਹੁਣ ਆਪਾਂ ਕਹਿ ਦਿੰਦੇ ਆ ਵੀ ਹਾਂਜੀ ਉਹਨੇ ਵੀ ਸਾਈਨ ਕੀਤੇ ਸੀ, ਸਾਰਿਆਂ ਨੇ ਕੀਤੇ ਸੀ, ਸਾਰੇ ਅੰਦਰੋਂ ਥਾਲੀ ਇੱਕੋ ਹੀ ਹੈ ਇਹਨਾਂ ਦੀ। ਉਹ ਬੀਬੀ ਨੇ ਪਹਿਲਾਂ ਨਹੀਂ ਸੀ ਕਿਹਾ ਵੀ ਖਾਂਦੇ ਇੱਕੋ ਥਾਲੀ 'ਚ ਬਸ ਉੱਠਦੇ ਅੱਡ ਅੱਡ, ਵੀ ਇੱਕ ਜਣਾ ਪਹਿਲਾਂ ਉੱਠ ਖੜੇ, ਇੱਕ ਜਣਾ ਬਾਅਦ 'ਚ ਉੱਠ ਖੜੇ। ਇਹ ਉਹ ਹਿਸਾਬ ਹੈ ਇਹਨਾਂ ਦਾ। ਸਿਰਫ ਉਹ ਅੰਦਰ ਖਾਤੇ, ਉਹਨਾਂ ਨੂੰ ਸਭ ਨੂੰ ਪਤਾ ਸੀ ਵੀ ਇਹ ਹਾਲਾਤ ਹੋਣੇ ਆ, ਬਸ ਇਹ ਸੀ ਵੀ ਉਹ ਅੰਡਰ ਐਸਟੀਮੇਟ ਕਰ ਗਏ ਸੀ ਵੀ ਕੋਈ ਗੱਲ ਨਹੀਂ। ਜਿਵੇਂ ਕਹਿੰਦੇ ਨਾ ਵੀ ਰਾਤ ਦੇ 12 ਵਜੇ ਪਹਿਲਾਂ ਨੋਟ ਬੰਦ ਕਰਤੇ, ਸਾਰਾ ਕੋਈ ਰੌਲਾ ਨਹੀਂ ਪੈਣਾ। ਪਰ ਇਹ ਆ ਵੀ ਬੈਡ ਲੱਕ ਰਹੀ ਉਹਨਾਂ ਦੀ। ਜੀ ਤੁਸੀਂ ਇੱਕ ਗੱਲ ਕਹਿ ਤੇ ਮੈਨੂੰ ਵੀ ਇੱਕ ਸਵਾਲ ਇਹਦੇ ਵਿੱਚ ਹੀ ਯਾਦ ਆ ਗਿਆ ਵੀ ਜਦੋਂ ਨੋਟਬੰਦੀ ਹੋਈ, ਕਹਿੰਦੇ ਆਮ ਲੋਕਾਂ ਨੂੰ ਇਹਦੇ ਫਾਇਦੇ ਨਹੀਂ ਪਸੰਦ ਆਏ, ਮਤਲਬ ਸਮਝ ਨਹੀਂ ਆਏ ਵੀ ਕੀ ਸਮਝ ਕੀ ਹੈ। ਨਹੀਂ ਗੱਲ ਪੂਰੀ ਹੋਣ ਦਿਓ। ਵੀ GST ਆਈ, ਕਹਿੰਦੇ ਵਪਾਰੀਆਂ ਨੂੰ ਸਮਝ ਨਹੀਂ ਆਈ ਵੀ ਇਹਦੇ ਕੀ ਫਾਇਦੇ ਆ। ਹੁਣ ਕਿਸਾਨ ਬਿੱਲ ਆਏ ਨੇ, ਖੇਤੀਬਾੜੀ ਆਰਡੀਨੈਂਸ ਆਏ, ਖੇਤੀਬਾੜੀ ਬਿੱਲ ਆਏ, ਹੁਣ ਕਹਿੰਦੇ ਕਿਸਾਨ ਨੂੰ ਨਹੀਂ ਸਮਝ ਆ ਰਿਹਾ। ਸਮਝਦਾਰਾਂ ਨੂੰ ਨਹੀਂ ਨਾ ਸਮਝ ਆਉਂਦੇ ਨੇ, ਬੇਵਕੂਫਾਂ ਨੂੰ ਸਮਝ ਆਉਂਦੇ ਨੇ। ਉਹ ਫਿਰ ਬੇਵਕੂਫ ਹੀ ਬੈਠੇ ਪਾਰਲੀਮੈਂਟ ਜਿਨ੍ਹਾਂ ਨੂੰ ਸਮਝ ਆਉਂਦੇ ਨੇ। ਉਹ ਕਾਫੀ ਤੁਸੀਂ ਵੈਸੇ ਬੇਵਕੂਫ ਸ਼ਬਦ ਵਰਤਿਆ, ਮੈਂ ਵਰਤਦਾ ਚੰਗਾ ਵੀ ਨਹੀਂ ਲੱਗਦਾ। ਵੈਸੇ ਮੇਰਾ ਵੀ ਓਪੀਨੀਅਨ ਇਹੀ ਹੈ ਨਾ। ਨਹੀਂ ਵਧੀਆ, ਨਹੀਂ ਮੈਂ ਹੀ ਕਹਿ ਰਿਹਾ, ਮੇਰਾ ਵੀ ਓਪੀਨੀਅਨ ਇਹੀ ਹੈ। ਉਹ
ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਂ ਟਵਿੱਟਰ ਤੇ ਲੱਗੇ ਪਏ ਨੇ ਵੀ ਦੱਸਣਾ ਇਹਦੇ ਫਾਇਦੇ ਕੀ ਆ, ਅਸੀਂ ਤਾਂ ਦੱਸ ਕੇ ਰਹਿਣੇ ਵੀ ਇਹਦੇ ਕੀ ਫਾਇਦੇ ਨੇ। ਸਰ ਦੱਸ ਕਿਸੇ ਤੋਂ ਵੀ ਨਹੀਂ ਹੋ ਰਹੇ। ਮੈਨੂੰ ਤਾਂ ਇੱਕ ਵੀ ਮੰਤਰੀ ਦੀ, ਇੱਕ ਵੀ ਪੀਐਮ ਦੀ ਵੀ ਤੁਸੀਂ ਦੇਖ ਲਓ, ਮੈਨੂੰ ਇੱਕ ਵੀ ਪੋਸਟ ਵਿਖਾ ਦਿਓ ਜਿਹਦੇ ਵਿੱਚ ਉਹਨੇ ਇਹ ਜਿਹੜੇ ਇਹਦੇ ਫਾਇਦੇ ਐਕਸਪਲੇਨ ਕੀਤੇ ਹੋਣ। ਇੰਨੇ ਇਹਨਾਂ ਦੇ ਜਿਹੜੇ ਆਪਣੀਆਂ ਹੈਗੀਆਂ ਜਿੰਨੀਆਂ ਵੀ ਕੁੜੀਆਂ ਨੇ ਉਹ ਤਾਂ ਫਿਰ ਸਰ ਟ੍ਰੈਂਡਿੰਗ 'ਚ ਨੇ ਨਾ, ਉਹ ਪੇਡ ਨੇ। ਪੇਡ ਤਾਂ ਹੁਣ ਇੱਥੇ ਸਾਨੂੰ ਕਰਦੇ, ਹੁਣ ਇੱਥੇ ਸਾਨੂੰ ਸ਼ਾਮ ਨੂੰ ਕਹਿ ਦਿੰਦੇ ਵੀ ਤੁਸੀਂ ਆਹ ਪੇਡ ਕਰ ਦਿਓ ਅਸੀਂ ਕਰਾਂਗੇ। ਜੇ ਤੁਸੀਂ ਪੈਸੇ ਦੋਗੇ ਤਾਂ ਉਹ ਕਰੀ ਜਾਂਦੇ, ਉਹਨਾਂ ਦਾ ਦਿਮਾਗ ਨਹੀਂ ਵਰਤ ਰਹੇ ਉਹ। ਐਵੀਡੈਂਸ ਤਾਂ ਉਹਨਾਂ ਕੋਲ ਹੈ ਹੀ ਨਹੀਂ ਵੀ ਇਹ ਚੀਜ਼ ਬਹੁਤ ਮਤਲਬ ਵਧੀਆ ਚੀਜ਼ ਹੈ। ਐਵੀਡੈਂਸ ਨਹੀਂ ਹੈਗਾ ਉਹਨਾਂ ਤੇ, ਕੱਲ ਨੂੰ ਉਹ ਆਉਣਗੇ। ਹਾਂ, ਐਗਜ਼ਾਮਪਲ ਹੈ ਬਿਹਾਰ ਦੀ। ਉੱਥੇ ਅਸੀਂ ਵੀ ਨੈਟ ਤੋਂ ਦੇਖਿਆ ਕਿ ਬਿਹਾਰ ਵਿੱਚ ਜੋ ਮਤਲਬ ਕਿ ਉਹ ਉੱਥੋਂ ਆ ਰਹੇ ਆ, ਬਿਹਾਰ ਤੋਂ ਆਪਣੇ ਕੰਮ ਕਰਨ ਆ ਰਹੇ ਮਜ਼ਦੂਰ, ਉਹ ਕਿਉਂ ਭੱਜ ਕੇ ਆ ਰਹੇ ਆ? ਕੱਲ YouTube ਤੇ ਇੱਕ ਟ੍ਰੈਂਡਿੰਗ ਸੀਗੀ ਵੀਡੀਓ, ਉਹ ਕਹਿੰਦੇ ਵੀ ਜੇ ਇੱਥੇ ਵੀ ਇਹਨਾਂ ਨੇ ਲਾਗੂ ਕਰਤਾ ਤੇ ਫਿਰ ਪੰਜਾਬੀ ਕਿੱਥੇ ਭੱਜ ਕੇ ਜਾਣਗੇ ਕੰਮ ਕਰਨ? ਬਿਹਾਰ ਤੋਂ ਤਾਂ ਭੱਜ ਕੇ ਇੱਥੇ ਆਈ ਜਾਂਦੇ ਆ, ਆਪਾਂ ਕਿੱਥੇ ਜਾਵਾਂਗੇ? ਫਿਰ ਉਹ ਕਹਿ ਦਿੰਦੇ ਆ ਵੀ ਜੀ ਕੈਨੇਡਾ ਕਿਉਂ ਜਾਂਦੇ ਆ ਜੀ, ਆਏ ਕਾਹਤੋਂ ਕਰਦੇ? ਜੋ ਤੁਸੀਂ ਗਵਰਨਮੈਂਟ ਹੀ ਤੁਸੀਂ ਇੰਨੀ ਮਤਲਬ ਕਿ ਉਹ ਕਰ ਰਹੇ ਹੋ ਤੇ ਫਿਰ ਬੱਚੇ ਕੀ ਕਰਨ? ਨਹੀਂ, ਕੈਨੇਡਾ ਬਾਰ-ਬਾਰ ਸਾਡੇ ਦੇ ਵੀ ਹੁਣ ਜਿਹੜੇ ਜਿਨ੍ਹਾਂ ਨੂੰ ਖਿਲਾਫੀਅਤ ਕਰਨ ਵਾਸਤੇ ਕੁਝ ਮਿਲ ਨਹੀਂ ਰਿਹਾ, ਕੈਨੇਡਾ ਨੂੰ ਕਹਿ ਰਹੇ ਆ। ਪਰ ਕੈਨੇਡਾ ਵੀ ਜੇ ਅਸੀਂ ਜਾਂਦੇ ਹਾਂ ਤਾਂ ਆਇਲਸ ਕਰਕੇ ਜਾ ਰਹੇ ਹਾਂ। ਅਸੀਂ ਆਪਣੇ ਬਲਬੂਤੇ ਦੇ ਨਹੀਂ 16 20 ਲੱਖ ਸਾਡੇ ਕੋਲ ਜੇਬ 'ਚ ਪਿਆ ਤੇ ਅਸੀਂ ਤਾਂ ਹੀ ਜਾ ਰਹੇ ਹਾਂ, ਪੈਸੇ ਲਾ ਕੇ ਹੀ ਜਾ ਰਹੇ ਹਾਂ ਅਸੀਂ, ਨਾਲੇ ਆਇਲਸ ਕਰਕੇ ਜਾ ਰਹੇ ਹਾਂ। ਅਨਪੜ੍ਹ ਤਾਂ ਉੱਥੇ ਜਾ ਨਹੀਂ ਸਕਦਾ। ਇਹੀ ਗੱਲ ਹੈ ਨਾ ਸਰ, ਉਹਨਾਂ ਨੂੰ ਪਤਾ ਕੀ ਇੱਕ ਫੇਜ਼ ਦੇ ਤੇ ਆਪਾਂ ਇੰਨੀ ਪੰਜਾਬੀਆਂ ਨੇ ਵੀ ਇਹ ਗੱਲ ਸੋਚ ਲਈ ਸੀ ਵੀ ਆਪਣਾ ਸਾਰਾ ਪੰਜਾਬ ਬਾਹਰ ਤੁਰੀ ਜਾਂਦਾ, ਜਿਹੜਾ ਕਿ ਗੱਲ ਸੱਚ ਵੀ। ਆਪਾਂ ਨੂੰ ਇਸ ਚੀਜ਼ 'ਤੇ ਵੀ ਵਿਚਾਰ ਕਰਨੀ ਚਾਹੀਦੀ। ਚਲੋ ਇਹ ਮੁੱਦਾ ਬਹੁਤ ਵੱਡਾ ਆ, ਪਰ ਆਪਣੇ ਪੰਜਾਬ ਦੇ ਵਿੱਚ ਵੀ ਇਹ ਗੱਲ ਲਾਗੂ ਹੋਣੀ ਚਾਹੀਦੀ ਹੈ ਵੀ ਇੱਕ ਤਾਂ ਇੱਥੇ ਬੰਦਾ ਕੋਈ ਬਾਹਰਲੀ ਸਟੇਟ ਵਾਲਾ ਆ ਕੇ ਕੋਈ ਜ਼ਮੀਨ ਨਾ ਲੈ ਸਕੇ। ਦੂਜੀ ਗੱਲ ਇਹ ਹੈ ਵੀ ਆਪਣੀ ਸਟੇਟ ਦੇ ਵਿੱਚ ਆ ਕੇ ਬਾਹਰਲੇ ਬੰਦੇ ਜਿਹੜੇ ਸਰਕਾਰੀ ਨੌਕਰੀਆਂ ਲਈ ਜਾਂਦੇ, ਸਿਰਫ 10ਵੀਂ ਦਾ ਇੱਕ ਸਰਟੀਫਿਕੇਟ ਬਣਾਉਣਾ ਹੁੰਦਾ ਜਿਹੜਾ ਕਿ ਮਹਿਜ਼ 25-30 ਹਜ਼ਾਰ ਦੇ ਵਿੱਚ ਬਣ ਜਾਂਦਾ ਤੇ ਉਹ ਆ ਕੇ ਇੱਥੇ ਨੌਕਰੀ। ਇਹ ਵੀ ਗੱਲ ਸੋਚਣ ਵਾਲੀ ਹੈ। ਠੀਕ ਹੈ, ਆਪਾਂ ਆਪਦਾ ਯੂਥ ਬਾਹਰ ਭੇਜਿਆ, ਕੋਈ ਗੱਲ ਨਹੀਂ, ਉਹ ਠੀਕ ਆ, ਉਹ ਅੱਜ ਆਪਾਂ ਨੂੰ ਸਪੋਰਟ ਕਰ ਰਹੇ ਆ। ਪਰ ਆਪਾਂ ਨੂੰ ਇੱਥੇ ਪੰਜਾਬ 'ਚ ਵੀ ਜੇ ਹੁਣ ਕਹਿੰਦੇ ਨਾ ਵੀ ਆਪਾਂ ਨੂੰ ਘਰ ਦੀ ਰਾਖੀ ਵਾਸਤੇ ਵੀ ਤਾਂ ਕੋਈ ਚਾਹੀਦਾ ਨਾ, ਇੱਥੇ ਆਪਾਂ ਸਾਰਾ ਯੂਥ ਬਾਹਰ ਭੇਜੀ ਜਾਂਦੇ ਆ। ਹੁਣ ਪਹਿਲਾਂ ਆਪਾਂ ਨੂੰ ਸੁਣਨ 'ਚ ਆਉਂਦਾ ਸੀ, ਮੈਂ ਇੱਕ ਵਾਰੀ ਕਥਾ ਸੁਣੀ ਸੀ, ਉਹ ਕਹਿੰਦੇ ਸੀ ਪਹਿਲਾਂ ਵੀ ਕੋਈ ਫਲਾਣਾ ਸਿੰਘ IAS ਆ, ਆਹ ਸਿੰਘ IAS ਆ, ਆਹ IPS ਆ। ਇੱਥੇ ਹੁਣ ਕੀ ਆ, ਤੁਸੀਂ ਆਪ ਦੇਖੋ ਕੌਣ ਆ ਇੱਥੇ। 93% ਨੰਬਰ ਲੈ ਕੇ ਜਵਾਕ ਬਾਹਰ ਚਲੀ ਜਾਂਦੇ ਆ। ਤੇ ਆਪਾਂ ਨੂੰ ਵੀ ਇੱਧਰ ਬਹੁਤ ਹੀ ਸੋਚਣ ਦੀ ਗੱਲ ਆ। ਇਕੱਲੇ ਆਪਣੇ ਪੰਜਾਬ ਦੀ ਤੁਸੀਂ ਮੈਨੂੰ ਇਹ ਦੱਸੋ, ਰਾਜਸਥਾਨ ਦੇ ਵਿੱਚ ਤੁਸੀਂ ਜ਼ਮੀਨ ਲੈ ਕੇ ਦਿਖਾਓ, ਕੋਈ ਨਹੀਂ ਲੈ ਸਕਦਾ। ਆਪਣੇ ਪੰਜਾਬ 'ਚ ਜਿਹੜਾ ਮਰਜ਼ੀ ਆ ਕੇ ਲੈ ਜੇ। ਹੁਣ ਇੱਧਰ ਆਪਣੇ ਇੱਧਰਲੇ ਪਾਸੇ ਹੁਣ ਕਲੋਨੀਆਂ ਕੱਟੀਆਂ ਜਾ ਰਹੀਆਂ। ਆਪਣੇ ਪੰਜਾਬ ਵਿੱਚ ਕਿੱਥੇ ਸੀਗਾ ਟਰੈਂਡ ਕਲੋਨੀਆਂ ਦਾ? ਇਹ ਜਦੋਂ ਆਪਣੇ ਬਾਹਰਲੇ ਜਾਂਦੇ ਆ, ਉਹਨਾਂ ਨੂੰ ਇਹ ਵੀ ਗੱਲ ਸੋਚਣੀ ਚਾਹੀਦੀ ਵੀ ਤੁਸੀਂ ਮਾੜਾ ਪਿੱਛਾ ਵੇਖੋ। ਜੇ ਤੁਸੀਂ ਬਾਹਰੋਂ ਪੈਸਾ ਕਮਾ ਰਹੇ ਹੋ, ਇੱਧਰ ਆਪਣੇ ਪੰਜਾਬ ਦੀ ਵੱਡਾ ਕਰੋ ਉਸ ਨੂੰ। ਉਹ ਇੱਧਰ ਆ ਕੇ ਇੱਧਰਲੀਆਂ ਜ਼ਮੀਨਾਂ ਵੇਚ ਦਿੰਦੇ ਆ ਤੇ ਬਾਹਰ ਲਿਆ ਕੇ ਕੋਈ ਹੋਰ ਉਹ ਗਾਂ ਦੀ ਗਾਂ ਬਾਹਰਲੇ ਹੋਰ ਸਟੇਟਾਂ ਵਾਲੇ ਇੱਥੇ ਆ ਕੇ ਜ਼ਮੀਨਾਂ ਲਈ ਜਾਂਦੇ ਆ। ਜੌਬਸ ਵੀ ਉਹ ਆਪਣੇ ਆ ਕੇ ਲਈ ਜਾਂਦੇ। ਆਪਣਾ ਪੰਜਾਬ ਤਾਂ ਆਪਾਂ ਆ ਵੀ ਹੱਥੀਂ ਖਤਮ ਕਰ ਰਹੇ ਹਾਂ। ਮੈਂ ਸ਼ੁਕਰ ਆ ਮੁਹਿੰਮ ਨੇ ਥੋੜ੍ਹਾ ਐਕਟੀਵੇਟ ਕਰਤਾ, ਪਰ ਇਸ ਤੋਂ ਬਾਅਦ ਹੋਰ ਬਹੁਤ ਮੁੱਦੇ ਨੇ ਜਿਨ੍ਹਾਂ 'ਤੇ ਡਿਸਕਸ਼ਨ ਹੋਣ ਵਾਲੀ। ਤੁਹਾਡਾ ਇਸ 'ਤੇ ਕੀ ਪ੍ਰਤੀਕਰਮ ਹੈ ਜੀ? ਜਦੋਂ ਤੱਕ ਬਿੱਲ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਮੋਰਚਾ ਜਾਰੀ ਰਹੇ? ਹਾਂਜੀ, ਬਿਲਕੁਲ ਸੰਘਰਸ਼ ਕਰਨਾ ਚਾਹੀਦਾ ਉਹਨਾਂ ਚਿਰ ਜਿੰਨਾ ਚਿਰ ਮਤਲਬ ਤੁਹਾਡੀਆਂ ਮੰਗਾਂ ਜਾਂ ਤਾਂ ਉਹਨਾਂ ਤੱਕ ਤੁਸੀਂ ਬੇਸਿਕਲੀ ਤੁਹਾਡੀ ਕੋਈ ਅਰੇਂਜਮੈਂਟ ਇੱਦਾਂ ਦੀ ਨਹੀਂ ਬਣਦੀ ਸਰਕਾਰ ਨਾਲ, ਜਦੋਂ ਤੱਕ ਤੁਹਾਨੂੰ ਉਹ ਸੂਟੇਬਲ ਨਹੀਂ ਹੁੰਦੇਗੇ ਬਿੱਲਸ, ਜੇ ਤੁਹਾਡੇ ਹੱਕ ਦੇ ਵਿੱਚ ਹਿੱਤ ਦੇ ਵਿੱਚ ਨਹੀਂ। ਬੇਸਿਕਲੀ ਸਰਕਾਰ ਦਾ ਮਕਸਦ ਕੋਈ ਵੀ ਕਾਨੂੰਨ ਜਾਂ ਬਿੱਲ ਜਾਂ ਐਕਟ ਪਾਸ ਕਰਨ ਦਾ ਇਹੀ ਹੁੰਦਾ ਕਿ ਉਹ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਜੋ ਤੁਸੀਂ ਇਸ ਤਰ੍ਹਾਂ ਉਸ ਨੂੰ ਮੈਨੀਫੈਸਟੋ ਸ਼ੋਅ ਇੱਦਾਂ ਕਰ ਰਹੇ ਆ ਵੀ ਇਹ ਕਿਸਾਨਾਂ ਦੇ ਹਿੱਤ ਲਈ ਹੈ, ਤਾਂ ਤੁਹਾਨੂੰ ਪਹਿਲਾਂ ਉਹਨਾਂ ਨੂੰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਬਿੱਲ ਪਾਸ ਕਰਨ ਦੇ ਨਾਲ ਕਿ ਤੁਸੀਂ ਜਿਹੜੀ ਜਿਹੜੀ ਧਿਰ ਆ ਉਹਨੂੰ ਵੀ ਤੁਹਾਨੂੰ ਜਚਾਉਣ ਦਾ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਉਹਨਾਂ ਨੂੰ ਪਹਿਲਾਂ ਜਚਾਓ। ਜੇ ਉਹਨਾਂ ਨੂੰ ਕਲੀਅਰ ਨਹੀਂ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨਾਂ ਨੂੰ ਉਹ ਬਿੱਲ, ਉਹ ਐਕਟ ਆ, ਉਹ ਕਲੀਅਰ ਕਰੋ। ਕਿਉਂਕਿ ਆਫਟਰ ਆਲ ਜਿਹੜੀ ਸਰਕਾਰ ਹੁੰਦੀ ਹੈ ਉਹ ਲੋਕਾਂ ਦੇ ਲਈ ਹੁੰਦੀ ਹੈ, ਫੋਰ ਦਾ ਪੀਪਲ ਬਾਏ ਦਾ ਪੀਪਲ ਜਿਵੇਂ ਆਪਾਂ ਕਹਿੰਦੇ ਹਾਂ। ਅਤੇ ਇਸ ਲਈ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ 'ਚ ਕੋਈ ਮਤਭੇਦ ਆ, ਤੁਸੀਂ ਉਹਨਾਂ ਨੂੰ, ਕਿਸਾਨਾਂ ਨੂੰ, ਜਦੋਂ ਤੁਸੀਂ ਕਹਿੰਦੇ ਵੀ ਜਦੋਂ ਬੇਸਿਕਲੀ ਆਪਣੇ ਪ੍ਰਾਈਮ ਮਿਨਿਸਟਰ ਜਾਂ ਕੋਈ ਵੀ ਸਰਕਾਰ ਕਹਿੰਦੀ ਆ ਵੀ ਇਹਨਾਂ ਨੂੰ ਭਟਕਾਇਆ ਜਾ ਰਿਹਾ ਜੀ, ਇਹ ਫੋਰਨ ਫੰਡਡ ਆ, ਇਹ ਸੰਘਰਸ਼ ਆ ਜਾਂ ਕੁਛ ਵੀ ਆ, ਤਾਂ ਐਕਚੁਅਲੀ ਤੁਸੀਂ ਸਾਰੇ ਦੇਸ਼ ਦੇ ਜਿਹੜੇ ਕਿਸਾਨ ਆ ਉਹਨਾਂ ਦੀ ਇੱਕ ਤਰ੍ਹਾਂ ਬੇਇੱਜ਼ਤੀ ਕਰ ਰਹੇ ਹੋ। ਤੁਸੀਂ ਉਹਨਾਂ ਨੂੰ ਇੰਨਾ ਕੁ ਮਤਲਬ ਕਿ ਬੁੱਧੂ ਸਮਝਦੇ ਆਏ ਆ, ਇੰਨੇ ਕੁ ਅਨਪੜ੍ਹ ਸਮਝਦੇ ਆ ਵੀ ਉਹਨਾਂ ਨੂੰ ਕੋਈ ਵੀ ਮਿਸਲੀਡ ਕਰ ਸਕਦਾ। ਉਹਨਾਂ ਨੂੰ ਬੇਸਿਕਲੀ ਇਹ ਗੱਲ ਕਹਿਣੀ ਇੱਕ ਬਹੁਤ ਵੱਡੇ ਮੰਚ ਤੋਂ, ਇੱਕ ਸਟੇਜ ਦੇ ਨੈਸ਼ਨਲ ਲੈਵਲ ਮੀਡੀਆ ਤੋਂ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਇਹਨਾਂ ਨੂੰ ਮਿਸਲੀਡ ਕੀਤਾ ਜਾ ਰਿਹਾ, ਤਾਂ ਅਸਲੀਅਤ 'ਚ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹੋ। ਤੁਸੀਂ ਸਾਰੀ ਕਿਸਾਨੀ ਦੀ, ਪੰਜਾਬ ਦੇ ਖੇਤਾਂ ਦੀ ਤੁਸੀਂ ਇੱਕ ਤਰ੍ਹਾਂ ਬੇਇੱਜ਼ਤੀ ਕਰ ਰਹੇ ਹੋ ਸਾਰੀ ਧਰਤੀ ਤੋਂ। ਤੁਹਾਨੂੰ ਇੱਦਾਂ ਦੀਆਂ ਨਹੀਂ ਗੱਲਾਂ ਕਹਿਣੀਆਂ ਚਾਹੀਦੀਆਂ, ਸਗੋਂ ਤੁਹਾਨੂੰ ਜਚਾਉਣਾ ਚਾਹੀਦਾ ਕਿਸਾਨਾਂ ਨੂੰ। ਜੇ ਤੁਸੀਂ ਅਮੈਂਡਮੈਂਟ ਕਰਨ ਲਈ, ਕੋਈ ਸੁਧਾਰ ਕਰਨ ਲਈ ਤਿਆਰ ਆ ਤੁਸੀਂ ਉਸ ਬਿੱਲ ਦੇ ਵਿੱਚ, ਤਾਂ ਇਹਦਾ ਮਤਲਬ ਤੁਹਾਨੂੰ ਵੀ ਪਤਾ ਵੀ ਉਹਦੇ ਵਿੱਚ ਕੋਈ ਕਮੀ ਆ ਬੇਸਿਕਲੀ। ਨਹੀਂ, ਜੇ ਤੁਹਾਨੂੰ ਲੱਗਦਾ ਵੀ ਇਹ ਬਹੁਤ ਸਹੀ ਹੈ ਤਾਂ ਤੁਹਾਨੂੰ ਉਹ ਜਚਾ ਦੇਣਾ ਚਾਹੀਦਾ। ਤੁਹਾਨੂੰ ਇੱਦਾਂ ਦੇ ਐਗਜ਼ਾਮਪਲਸ ਲੱਭ ਕੇ ਲਿਆਉਣੇ ਚਾਹੀਦੇ ਆ ਫੋਰਨ ਕੰਟਰੀਜ਼ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਇਟਸੈਲਫ, ਜਿਹੜੇ
ਜਿੱਥੇ ਇਹ ਪ੍ਰੋਪੇਗੈਂਡਾ ਜਿੱਥੇ ਮਤਲਬ ਕਿ ਇਹ ਜਿਹੜਾ ਸੈਟਅਪ ਆ ਇਹ ਅਪਲਾਈ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਬਹੁਤ ਪ੍ਰੋਫਿਟੇਬਲ ਰਿਜ਼ਲਟਸ ਆਏ ਸੀ। ਕੋਈ ਕਿਸਾਨ ਆ ਜਿਹੜਾ ਬਹੁਤ ਅਮੀਰ ਹੋ ਗਿਆ ਸੀ ਜਾਂ ਕੁਛ ਹੋਇਆ ਜਿਹਨੂੰ ਵੀ ਕੋਈ ਬੈਨੀਫਿਟ ਆਇਆ। ਤੁਹਾਨੂੰ ਇੱਦਾਂ ਦੇ ਐਗਜ਼ਾਮਪਲਸ ਲੈ ਕੇ ਆਉਣੇ ਚਾਹੀਦੇ, ਨਾ ਕਿ ਸਗੋਂ ਤੁਹਾਨੂੰ ਉੱਤੋਂ ਉਹਨਾਂ ਨੂੰ ਕੰਡੈਮ ਕਰਨਾ ਚਾਹੀਦਾ ਸੰਘਰਸ਼ ਨੂੰ ਜਾਂ ਕਿਸੇ ਨੂੰ ਵੀ ਜਿਹੜੀ ਕਿਉਂਕਿ ਸੰਘਰਸ਼ ਕਰਨਾ ਉਹਨਾਂ ਦਾ ਬੇਸਿਕ ਰਾਈਟ ਆ, ਤੁਸੀਂ ਉਹਨੂੰ ਖੋਹ ਨਹੀਂ ਸਕਦੇ ਜਾਂ ਤੁਸੀਂ ਉਹਦੇ 'ਤੇ ਅੜਚਨਾ ਨਹੀਂ ਪੈਦਾ ਕਰ ਸਕਦੇਗੇ। ਅਤੇ ਜਿੱਥੋਂ ਤੱਕ ਲੈਂਡ ਖੋਹਣ ਦੀ ਗੱਲ ਆ ਜਾਂ ਇੱਦਾਂ ਦੀ ਕੋਈ ਗੱਲ ਆ, ਇਹ ਇੱਦਾਂ ਕਦੇ ਵੀ ਨਹੀਂ ਹੁੰਦਾ ਵੀ ਕੋਈ ਸਰਕਾਰ ਤੁਹਾਡੇ 'ਚੋਂ ਮਤਲਬ ਅਕਵਾਇਰ ਕਰ ਲੂਗੀ ਤੁਹਾਡੀ ਜ਼ਮੀਨ। ਐਕਚੁਅਲੀ ਇਹ ਜਦੋਂ ਮਾਹੌਲ ਇੱਦਾਂ ਦਾ ਬਣ ਜਾਂਦਾ, ਜਦੋਂ ਹੋਰ 4-5 ਸਾਲਾਂ ਦੇ ਵਿੱਚ ਜਿਹੜੀ ਕਿਸਾਨੀ ਆ ਇੱਕ ਕਲਚਰ ਹੁੰਦਾ ਕਿਸਾਨੀ ਆਪਣੇ ਖੇਤਾਂ ਦੇ ਵਿੱਚ, ਆਪਣੇ ਸਾਰਾ ਜਿਹੜਾ ਪਰਿਵਾਰ ਆਪਣੀ ਫੈਮਿਲੀ ਦੇ ਵਿੱਚ ਹਰ ਚੀਜ਼ 'ਚ ਜਿਹੜੀ ਕਿਸਾਨੀ ਰਚੀ ਹੋਈ ਹੈ ਹਰ ਆਪਣੇ ਕਲਚਰ ਦੇ ਵਿੱਚ ਹੈ। ਜੋ ਤੁਸੀਂ ਹੌਲੀ ਹੌਲੀ ਇੱਦਾਂ ਦੇ ਬਿੱਲ ਪਾਸ ਹੋਣਗੇ ਤੁਸੀਂ ਟੁੱਟਦੇ ਜਾਂਦੇ ਹੋ, ਬੱਚੇ ਜਿਹੜੇ ਆਇਲਸ ਕਰਦੇ ਆ ਬਾਹਰ ਪੀਆਰਾਂ ਲੈ ਰਹੇ ਆ ਉੱਦਾਂ ਦਾ ਬਣ ਰਿਹਾ, ਤਾਂ ਇੱਕ ਮਾਹੌਲ ਇੱਦਾਂ ਦਾ ਬਣ ਜਾਊਗਾ ਕਿ ਤੁਹਾਡੀਆਂ ਜਿਹੜੀਆਂ ਸਟਰਿੰਗਸ ਆ ਤੁਹਾਡੇ ਜਿਹੜੇ ਤਾਣੇ ਬਾਣੇ ਤੰਦਾਂ ਉਹ ਜਿਹੜੀਆਂ ਖੇਤੀ ਨਾਲ ਜਦੋਂ ਟੁੱਟ ਜਾਣਗੀਆਂ ਤਾਂ ਲੈਂਡ ਆਪਣੇ ਆਪ ਚਲੀ ਗਈ ਹੈ। ਇੱਦਾਂ ਕੋਈ ਖੂਹਗਾ ਨਹੀਂ ਆ ਕੇ ਤੁਹਾਡੇ ਤੋਂ ਕਿ ਤੁਹਾਡੀ ਕੋਈ ਲੈਂਡ ਐਕਵਾਇਰ ਕਰ ਲੂਗਾ, ਪਰ ਸਡਨਲੀ ਤੁਸੀਂ ਆਪ ਉਹਨਾਂ ਦੇ ਤੁਹਾਡੇ ਰਿਸ਼ਤੇ ਨਾਤੇ ਜਿਹੜੇ ਉਹ ਜ਼ਮੀਨ ਨਾਲੋਂ ਖੇਤਾਂ ਨਾਲੋਂ ਤੁਸੀਂ ਟੁੱਟਣ ਲੱਗ ਜਾਓਗੇ। ਅਤੇ ਇਹ ਤੁਹਾਡੀ ਬੇਸਿਕ ਨੀਡ ਬਣਦੀ ਹੈ ਕਿ ਤੁਸੀਂ ਆਪਦੀਆਂ ਜੜ੍ਹਾਂ ਨਾਲ ਆਪਦੇ ਕਿੱਤੇ ਨਾਲ ਆਪਦੇ ਪ੍ਰੋਫੈਸ਼ਨ ਨਾਲ ਆਪਦੇ ਕਲਚਰ ਨਾਲ, ਖਾਸ ਕਰਕੇ ਆਪਣਾ ਜਿਹੜਾ ਸਿੱਖ ਧਰਮ ਆ ਇਹ ਇੱਕ ਤਰ੍ਹਾਂ ਦਾ ਸਿੱਖ ਧਰਮ 'ਤੇ ਵੀ ਅਟੈਕ ਆ, ਕਿਉਂਕਿ ਆਪਣਾ ਜਿਹੜਾ ਬਾਬਾ ਨਾਨਕ ਮੋਢੀ ਆ ਜਦੋਂ ਆਪਾਂ ਕਹਿੰਦੇ ਹਾਂ ਤਾਂ ਉਹਨਾਂ ਨੇ ਕਿਰਤ ਦਾ ਸੰਦੇਸ਼ ਦਿੰਦੇ ਆ। ਤਾਂ ਆਪਣਾ ਇਹ ਬੇਸਿਕ ਮਤਲਬ ਕਿ ਆਪਣਾ ਜਿਹੜਾ ਮੁੱਢ ਆ ਜਿਹੜਾ ਆਪਣੀਆਂ ਜੜ੍ਹਾਂ ਉਹ ਖੇਤੀ ਨਾਲ ਜੁੜੀਆਂ ਹੋਈਆਂ, ਅਤੇ ਇਹਦੇ ਨਾਲ ਸਿਰਫ ਕਿਸਾਨੀ ਨੂੰ ਜਾਂ ਪੰਜਾਬ ਨੂੰ ਹੀ ਇਫੈਕਟ ਨਹੀਂ ਹੋਣਾ, ਸਗੋਂ ਸਿੱਖ ਧਰਮ ਨੂੰ ਇਫੈਕਟ ਹੈ ਇਹਦਾ। ਨਹੀਂ ਤੁਸੀਂ ਧਰਮ ਦੀ ਗੱਲ ਕੀਤੀ, ਪਰ ਬਾਰ-ਬਾਰ ਪਹਿਲਾਂ ਜਦੋਂ ਸਰਕਾਰ ਸੰਘਰਸ਼ ਸ਼ੁਰੂ ਹੋਇਆ ਤਾਂ ਸਰਕਾਰ ਨੇ ਕਿਹਾ ਵੀ ਨਹੀਂ ਇੱਕ ਧਰਮ ਦਾ ਹੈ। ਹਾਂਜੀ ਫਿਰ ਤਾਂ ਇੱਕ ਧਰਮ ਤੋਂ ਬਾਅਦ ਪੰਜਾਬ ਤੇ ਆ ਗਏ, ਨਹੀਂ ਇਹ ਤਾਂ ਪੰਜਾਬ ਦਾ ਹੈ। ਪੰਜਾਬ ਤੋਂ ਬਾਅਦ ਜਦੋਂ ਹਰਿਆਣੇ ਦੇ ਕਿਸਾਨ ਆਏ ਤਾਂ ਨਹੀਂ ਇਹ ਤੇ ਪੰਜਾਬ ਤੇ ਹਰਿਆਣੇ ਦਾ ਸਿਰਫ ਹੈ। ਪਰ ਹੁਣ ਕਾਫੀ ਇੰਡੀਆ ਤੋਂ ਜਥੇਬੰਦੀਆਂ ਵੀ ਅੱਗੇ ਆਈਆਂ ਨੇ। ਹਾਂਜੀ, ਇਹ ਤਾਂ ਬਿਲਕੁਲ ਹੈ। ਜੇ ਤੁਸੀਂ ਐਂ ਕਹਿੰਦੇ ਆ ਵੀ ਕਿਸੇ ਪਾਰਟੀਕੂਲਰ ਜੋ ਤੁਸੀਂ ਕਿਸੇ ਖਿੱਤੇ ਨਾਲ ਜੋੜਦੇ ਹੋ ਵੀ ਇਹ ਪੰਜਾਬ ਦਾ ਸੰਘਰਸ਼ ਹੈ ਇਹਨਾਂ ਦੀ, ਇਹ ਮਤਲਬ ਸੌੜੀ ਮਾਨਸਿਕਤਾ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਕਿਸੇ ਚੀਜ਼ ਨੂੰ ਲਿਮਿਟਡ ਕਨਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹੋ ਉਸ ਚੀਜ਼ ਉਹਨਾਂ ਦੀ ਜਿਹੜੀ ਸੌੜੀ ਸੋਚ ਦਾ ਇੱਥੋਂ ਦਾ ਆਪਣਾ ਪ੍ਰਦਰਸ਼ਨ ਹੁੰਦਾ। ਪਰ ਦਰਅਸਲ ਹਰ ਚੀਜ਼ ਦਾ ਹਰ ਖਿੱਤੇ ਦੇ ਆਪੋ ਆਪਣੇ ਕਾਰਨ ਹੁੰਦੇ ਆ। ਪੰਜਾਬ ਦੇ ਕੁਝ ਕਾਰਨ ਹੋਰ ਆ, ਹਰਿਆਣੇ ਦੇ ਕੁਝ ਕਾਰਨ ਹੋਰ ਆ। ਬੇਸਿਕਲੀ ਜਿਹੜੇ ਸਾਰੇ ਕਿਸਾਨ ਆ ਉਹਨਾਂ ਦੇ ਕਾਰਨ ਸਾਂਝੇ ਹੁੰਦੇ ਆ, ਪਰ ਪੰਜਾਬ ਦੇ ਥੋੜ੍ਹੇ ਉਹਦੇ ਨਾਲ ਵੱਧ ਜੁੜਦੇ ਜਾਂਦੇ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਧਾਰਮਿਕ ਆਪਣੀ ਜਿਹੜੀ ਪਿੱਠ ਆ ਉਹ ਵੀ ਇਹਦੇ ਨਾਲ ਜੁੜਦੀ ਆ ਕਿਸਾਨੀ ਨਾਲ। ਅਤੇ ਹਰਿਆਣੇ ਦੀ ਵੀ ਇਹਨਾਂ ਦਾ ਇੱਕ ਕਾਰਨ ਬੇਸਿਕਲੀ ਜੇ ਆਪਾਂ ਸਾਇੰਟੀਫਿਕਲੀ ਵੇਖੀਏ ਤਾਂ ਉਹ ਉਹੀ ਆ ਕਿਉਂਕਿ ਇੱਥੇ MSP 'ਤੇ ਪਹਿਲਾਂ ਮਿਲਦੀ ਸੀ, ਹੋਰ ਕਿਤੇ ਸਟੇਟਸ ਨਹੀਂ ਮਿਲਦੀ, ਅਤੇ ਇਸੇ ਕਰਕੇ ਇਹਨਾਂ ਦਾ ਜਿਹੜਾ ਭਾਰੂ ਆ ਇੱਥੇ ਜਥੇਬੰਦੀਆਂ ਜਿਹੜਾ ਸੰਗਠਨ ਆ ਉਹ ਵੀ ਸ਼ੁਰੂ ਤੋਂ ਮਤਲਬ ਭਾਰੂ ਰਿਹਾ, ਅਤੇ ਇਸੇ ਕਰਕੇ ਵੀ ਇਹ ਜ਼ਿਆਦਾ। ਅਤੇ ਇਹਦਾ ਮਤਲਬ ਇਹ ਨਹੀਂ ਵੀ ਹੋਰ ਸਟੇਟਸ ਵਾਲੇ ਸੰਘਰਸ਼ ਨਹੀਂ ਕਰਦੇ, ਕਿ ਉੱਥੇ ਵੀ ਹੋ ਰਹੇ ਨੇ, ਪਰ ਉਹਦਾ ਫਰਕ ਸਿਰਫ ਇੰਨਾ ਵੀ ਉਹਨਾਂ ਦੀ ਆਵਾਜ਼ ਉੱਭਰਦੀ ਨਹੀਂ ਗੀ, ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਗੀ। ਇੱਥੇ ਥੋੜ੍ਹੀਆਂ ਸੰਗਠਨਾਂ ਸੰਘਰਸ਼ ਆ ਭਾਰੂ ਹੈ, ਕਿਉਂਕਿ ਪੰਜਾਬ ਅਤੇ ਹਰਿਆਣਾ ਜਿਹੜਾ ਸੂਬਾ ਇਹਨਾਂ ਨੂੰ ਹਮੇਸ਼ਾ ਤੋਂ ਹੀ ਮੰਨਿਆ ਜਾ ਰਿਹਾ, ਮੰਨਦੇ ਆਉਂਦੇ ਆ, ਅਤੇ ਇਹ ਗੱਲ ਕੁਝ ਹੱਦ ਤੱਕ ਸੱਚ ਵੀ ਹੈ ਕਿਉਂਕਿ ਹਮੇਸ਼ਾ ਸੰਘਰਸ਼ੀ ਕੌਮ ਰਹੀ ਹੈ, ਸੰਘਰਸ਼ ਕਰਦੇ ਰਹੇ ਆ, ਅਤੇ ਜਿੱਥੇ ਵੀ ਅਨਿਆਂ ਹੁੰਦਾ ਉਹਦੇ ਖਿਲਾਫ ਉੱਠਦੇ ਰਹੇ ਆ ਅਤੇ ਉੱਠਦੇ ਰਹਿਣਗੇ। ਅਤੇ ਇੱਕ ਹੋਰ ਗੱਲ ਹੁਣ ਇਸ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਆਪਾਂ ਵੀ ਉਹ ਵੀਰ ਨੇ ਬੜੀ ਵਧੀਆ ਗੱਲ ਕਹੀ ਵੀ ਪਹਿਲਾਂ ਕਹਿ ਰਹੇ ਸੀ ਇਸ ਦੇ ਫਾਇਦੇ ਬਹੁਤ ਹੈ, ਇਹਦੇ ਫਾਇਦੇ ਬਹੁਤ ਹੈ, ਫਿਰ ਆਪ ਅਮੈਂਡਮੈਂਟਸ ਕਰਨ ਵਾਸਤੇ ਵੀ ਮੰਨ ਗਏ। ਇੰਨੀ ਗੱਲ ਤਾਂ ਕਹਿਤੀ ਜਿੰਨੀਆਂ ਮਰਜ਼ੀ ਅਮੈਂਡਮੈਂਟਸ ਕਰਾ ਲਓ, ਭਾਵੇਂ 100% ਕਰਾ ਲਓ, ਪਰ ਕਾਨੂੰਨ ਦਾ ਜਿਹੜਾ ਕਾਨੂੰਨ ਬਣਾਇਆ ਉਹਦਾ ਨਾਮ ਨਾ ਬਦਲੋ, ਉਹਦਾ ਨਾਮ ਰਹਿਣ ਦਿਓ। ਇਹ ਮਤਲਬ ਸਟੈਂਡ ਹੀ ਨਹੀਂ ਸਮਝ ਆ ਰਿਹਾ ਸਰਕਾਰ ਦਾ। ਦੇਖੋ ਜੀ, ਇਹ ਤਾਂ ਹੁਣ ਆਪਾਂ ਨੂੰ ਕਲੀਅਰ ਹੋ ਹੀ ਗਿਆ ਵੀ ਜੇ ਕਾਨੂੰਨ ਦੇ ਵਿੱਚ ਕੋਈ ਕਮੀਆਂ ਹੈਗੀਆਂ ਨੇ ਤਾਂ ਹੀ ਉਹਨਾਂ ਨੇ ਅਮੈਂਡਮੈਂਟਸ ਲਈ ਕਿਹਾ, ਪਰ ਅਮੈਂਡਮੈਂਟਸ ਨਾਲ ਵੀ ਕੋਈ ਕੁਝ ਨਹੀਂ ਬਣਨਾ ਹੈਗਾ। ਅਤੇ ਇਹਦਾ ਕਾਨੂੰਨਾਂ ਦਾ ਇੱਕੋ ਇੱਕ ਹੱਲ ਆ ਜੇ ਉਹ ਵਾਪਸ ਲੈਣਗੇ। ਅਤੇ ਜਿਹੜੇ ਕਿਸਾਨ ਉੱਥੇ ਜਥੇਬੰਦੀਆਂ ਧਰਨੇ 'ਤੇ ਬੈਠੇ ਵੀ ਨੇ ਉਹ ਸਾਰਿਆਂ ਇੱਕੋ ਗੱਲ ਕਹਿ ਰਹੇ ਨੇ, ਆਪਦਾ ਜੋ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਉਹਦੇ ਵਿੱਚ ਇੱਕ ਗੱਲ ਕਲੀਅਰ ਆ ਕਿ ਜਾਂ ਤਾਂ ਕਾਨੂੰਨ ਵਾਪਸ ਹੋਣਗੇ ਅਤੇ ਜਾਂ ਫਿਰ ਉਹ ਉੱਥੇ ਬੈਠੇ ਰਹਿਣਗੇ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਅਤੇ ਵਾਪਸ ਕਰਨਾ ਹੀ ਇੱਕੋ ਇੱਕ ਹੱਲ ਆ, ਕਿਉਂਕਿ ਅੱਜ ਇਹਦੇ ਵਿੱਚ ਅਮੈਂਡਮੈਂਟਸ ਹੋਣਗੀਆਂ ਤਾਂ ਹੋ ਸਕਦਾ ਵੀ ਕੱਲ੍ਹ ਨੂੰ ਫਿਰ ਉਹ ਕੁਛ ਨਾ ਕੁਛ ਉਹਦੇ ਵਿੱਚ ਤਬਦੀਲੀਆਂ ਕਰ ਸਕਦੇ ਨੇ। ਹਾਂਜੀ ਹਾਂ, ਅਤੇ ਇਹਦਾ ਇੱਕੋ ਇੱਕ ਹੱਲ ਆ ਜੇ ਤਿੰਨੇ ਕਾਨੂੰਨ ਵਾਪਸ ਹੋਣਗੇ, ਹੋਰ ਇਹ ਤੋਂ ਬਿਨਾਂ ਕੋਈ ਦੂਜਾ ਹੱਲ ਹੈ ਨਹੀਂਗਾ। ਸੋ ਤੁਸੀਂ ਦੇਖ ਸਕਦੇ ਹੋ ਵੀ ਨੌਜਵਾਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਵੀ ਜਿਨ੍ਹਾਂ ਨੇ ਜਿਹੜੇ ਇੱਥੇ ਖੇਤੀਬਾੜੀ ਦੇ ਸਟੂਡੈਂਟ ਹੈ, ਐਗਰੀਕਲਚਰ ਦੇ ਸਟੂਡੈਂਟ ਹੈ, ਤੁਸੀਂ ਇਹਨਾਂ ਦੇ ਓਪੀਨੀਅਨ ਸੁਣ ਹੀ ਲਏ ਹੋਣਗੇ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਠਾਰੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।